ਸੋਰਠ ਮਹਿਲਾ ਪਹਿਲਾ ਚੌਤੁਕੇ। माए बाप को बेटा नीका, ससुर चतुर जवाई। बाल कन्या को बाप प्यारा, भाई को अत भाई। माए बाप को बेटा नीका, ससुर चतुर जवाई। बाल कन्या को बाप प्यारा, भाई को अत भाई। हुक्म भया बाहर घर छोड़िया, खिन मह भई पराई। नाम दान इशनान ना मन मुख, तित तन धूड़ तुम्हाई। मन मानिया नाम सखाई, पाए परौं गुर कै बलिहारै। जिन साची बूझ बुझाई रहाओ, जग स्यों झूठ प्रीत मन बेदिया। जन स्यों वाद रचाई, माया मगन अहनिस मग जो है। नाम न लेवै मरै बिख खाई, गंधन वैण रता हितकारी। शब्द सुरत न आई, रंग न राता रस नहीं बेदिया। मन मुख पत गवाई, साध सभा में सहज ना चाखिया। जेह बारस नहीं राई, मन तन धन अपना कर जानिया। दर की खबर न पाई, अखी मीट चलिया अंधियारा। घर दर दिसै न भाई, जमदर बादा ठौर न पावै। अपना किया कमाई, नदर करे तां अखी वेखा। कहना कथन न जाई, कन्नी सुन सुन शब्द सलाही। अमृत हृदय वसाई, निर्भव निरंकार निर्वैर। पूर्ण जोत समाई, नानक गुर बिन भरम ना भागै। सच नाम वड्याई, निर्भव निरंकार निर्वैर। पूर्ण जोत समाई, नानक गुर बिन भरम न भागै। सच नाम वड्याई। वाहिगुरू जी का खालसा, वाहिगुरू जी की फतेह। सतगुरु पातशाह ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ
ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਓ। ਹਰ ਰੋਜ਼ ਤੇ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਰਹਿਮਤ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ ਔਰ ਅੱਜ ਦਾ ਉਪਦੇਸ਼ ਬੜਾ ਗਹਿਰਾ ਕਿਤੇ ਸਮਝ ਸਕੀਏ। ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇ ਵਣਜਾਰੇ, ਖੁੱਲੇ ਹਟ ਹੋਆ ਵਾਪਾਰ, ਜੋ ਪਹੁੰਚੇ ਸੋ ਚਲਣਹਾਰ। ਅਸੀਂ ਜਿਤਨੇ ਵੀ ਜੀ ਮਾਤਲੋਕ ਤੇ ਜਨਮ ਲੈ ਕੇ ਆਏ ਹਾਂ, ਵਪਾਰ ਕਰਨੇ ਤੇ ਆਏ ਹਾਂ, ਕੁਝ ਖੱਟਣ ਕਮਾਉਣ ਲਈ ਆਏ ਹਾਂ। ਜਿਵੇਂ ਦੁਨੀਆ ਦੇ ਵਿੱਚ ਵਿਅਕਤੀ ਕਿਤੇ ਦੂਰ ਦੇਸ਼ ਪ੍ਰਦੇਸ਼ ਜਾਂਦਾ ਤੇ ਜਦੋਂ ਕਿਤੇ ਆਪਣੇ ਸੱਜਣਾ ਮਿੱਤਰਾਂ 'ਚ ਬੈਠੀ ਦਾ ਵੀ ਕੀ ਕਰਦੇ, ਕੁਝ ਖੱਟ ਰਹੇ ਹਾਂ, ਕੁਝ ਕਮਾਈ ਲਈ ਆਏ ਹਾਂ। ਆ ਜਿਤਨੇ ਵੀ ਆਪਣੇ ਸਰਕਲਾਂ 'ਚੋਂ ਸੱਜਣ ਮਿੱਤਰ ਵਿਦੇਸ਼ ਯਾਤਰਾਵਾਂ 'ਤੇ ਗਏ ਨੇ, ਉਹਨਾਂ ਨੂੰ ਪੁੱਛੀਏ ਕੀ ਕਰਨ ਗਏ ਹੋ। ਭਾਵੇਂ ਲੱਖ ਵਾਰੀ ਉਹ ਕਹੇ ਜੀ ਉੱਥੇ ਸਹੂਲਤਾਂ ਬੜੀਆਂ ਨੇ, ਉੱਥੇ ਆਹ ਚੀਜ਼ਾਂ ਬੜੀਆਂ ਨੇ, ਉੱਥੇ ਆਹ ਚੀਜ਼ਾਂ ਬੜੀਆਂ ਨੇ, ਅਸਲ ਵਿੱਚ ਉਹ ਖੱਟੀ ਕਮਾਈ ਕਰਨ ਗਿਆ। ਉਹਨੂੰ ਉੱਥੇ ਕੁਝ ਲੱਗਦਾ ਵੀ ਜ਼ਿਆਦਾ ਮਿਲਦਾ, ਉੱਥੇ ਜ਼ਿਆਦਾ ਪ੍ਰਾਪਤ ਕਰਨ ਲਈ ਗਿਆ। ਇਸੇ ਤਰ੍ਹਾਂ ਅਸੀਂ ਤੁਸੀਂ ਮਾਤਲੋਕ 'ਤੇ ਆਏ, ਕੁਝ ਕਮਾਉਣ ਲਈ ਆਏ ਹਾਂ। ਸਾਨੂੰ ਪੁੱਛਿਆ ਜਾਣਾ, ਕਿਆ ਤੈਂ ਖੱਟਿਆ, ਕਹਾਂ ਕੋ ਆਇਆ। ਜਿਸ ਦਿਨ ਸਾਡੀ ਤੁੰਤਰ ਜਾਣ ਦੀ ਵਾਰੀ ਆਉਣੀ ਆ, ਉਦੋਂ ਸਾਡਾ ਸਾਰਾ ਕੀਤਾ ਕਿਰਾਇਆ ਇਕੱਠਾ ਕੀਤਾ ਜਾਣਾ ਹੈ ਤੇ ਪੁੱਛਣਾ, ਹੁਣ ਦੱਸ ਭਾਈ ਇਹਦੇ ਵਿੱਚੋਂ ਤੇਰਾ ਕੀ ਹੈ ਜੋ ਤੇਰੇ ਨਾਲ ਚੱਲੇਗਾ। ਕੁਝ ਹੈ ਚੁੱਕ ਲੈ ਜੋ ਤੇਰੇ ਨਾਲ ਜਾ ਸਕਦਾ ਹੋਵੇ, ਤੇ ਫਿਰ ਪਤਾ ਲੱਗੇਗਾ ਜੋ ਕੁਝ ਹੁਣ ਤੱਕ ਕਮਾਇਆ ਉਹਦੇ 'ਚ ਨਾਲ ਕੁਛ ਵੀ ਨਹੀਂ ਜਾ ਰਿਹਾ। ਬਾਬੇ ਨਾਨਕ ਸਾਹਿਬ ਜੀ ਦੀ ਗਾਥਾ ਕਿ ਦੁਨੀ ਚਾਂਦ ਦਾ ਸੂਈ ਰੱਖ ਲੈ, ਆਪਾਂ ਦਰਗਾਹ 'ਚ ਲੈ ਲਾਂਗੇ। ਪਹਿਲਾਂ ਤੇ ਪਕੜ ਲੈਂਦਾ ਨਾਦਾਨੀ 'ਚ, ਜਦੋਂ ਠੰਡੇ ਦਿਮਾਗ ਨਾਲ ਘਰ ਗੱਲ ਕਰਦਾ ਤੇ ਅਗਲੇ ਕਹਿੰਦੇ ਬਾਬਾ ਭਾਈ ਬਾਬੇ ਦੀ ਸੂਈ ਦਰਗਾਹ 'ਚ ਕਿਵੇਂ ਜਾਏਗੀ। ਵਾਪਸ ਮੁੜਾਉਂਦਾ ਕਹਿਣ ਲੱਗਾ ਬਾਬਾ ਹੋਰ ਕੰਮ ਦੱਸ, ਸੂਈ ਦਰਗਾਹ 'ਚ ਕਿਵੇਂ ਜਾਏਗੀ। ਮਹਾਰਾਜ ਕਹਿਣ ਲੱਗੇ ਬੜੀ ਛੋਟੀ ਜਿਹੀ ਚੀਜ਼ ਦਾ ਕਿਹੜਾ ਭਾਰ ਹੈ। ਕਹਿਣ ਲੱਗੇ ਗੱਲ ਭਾਰ ਦੀ ਨਹੀਂ ਹੈ, ਉੱਥੇ ਤਾਂ ਕੁਛ ਵੀ ਨਹੀਂ ਜਾਣਾ। ਤੇ ਸਤਿਗੁਰੂ ਕਹਿਣ ਲੱਗੇ ਫਿਰ ਆ ਇੰਨਾ ਕੁਝ 5 ਲੱਖ ਦੀਆਂ ਝੰਡੀਆਂ ਲਾਈਆਂ ਹੀ, ਲੋਕਾਂ ਤੋਂ ਸੂਦ ਵਿਆਜ ਇਕੱਠਾ ਕਰ ਕਰਕੇ ਜੋੜਿਆ ਹੀ, ਇਹਦਾ ਕੀ ਬਣੇਗਾ, ਲੈ ਜਾਏਗਾ। ਉਹਦੇ ਗੱਲ ਤੇ ਖਾਨੇ 'ਚ ਪੈ ਗਈ ਤੇ ਉਹਨੇ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਵੀਕਾਰ ਕਰ ਲਈ। ਜਿਨ੍ਹਾਂ ਨੂੰ ਯਾਦ ਸੀ ਵੀ ਇਹਦਾ ਮੈਂ ਦੱਬਿਆ, ਇਹਦਾ ਮਾਰਿਆ, ਉਹਨੇ ਕੁ ਦਾ ਵਾਪਸ ਕਰਤਾ, ਤੇ ਜਿਨ੍ਹਾਂ ਦਾ ਨਹੀਂ ਸੀ ਯਾਦ, ਜੋ ਪੁਰਾਣਾ ਸੰਚਨ ਸੀ, ਉਹਨੇ ਭਲੇ ਕੰਮਾਂ 'ਚ ਲਾ ਦਿੱਤਾ। ਜ਼ਰੂਰੀ ਤਾਂ ਨਹੀਂ ਕਿ ਹਰ ਇੱਕ ਦਾ ਹਿਸਾਬ ਕਿਤਾਬ ਚੇਤੇ ਹੋਏਗਾ ਵੀ ਤੂੰ ਇੰਨਾ ਲਿਆ ਤੇ ਇੰਨਾ ਦੇਣਾ ਸੀ, ਨਹੀਂ। ਉਹਨੇ ਹੋਏ ਪਰਉਪਕਾਰ ਦੇ ਕਾਰਜਾਂ 'ਚ ਤੁਹਾਨੂੰ ਖਰਚਿਆ ਤੇ ਬਾਬੇ ਨਾਨਕ ਜੀ ਦੀਆਂ ਖੁਸ਼ੀਆਂ ਦਾ ਪਾਤਰ ਬਣੇ। ਇਹ ਦੋ ਵਿਅਕਤੀਆਂ ਦੇ ਨਾਂ ਸਾਡੇ ਸਿੱਖ ਇਤਿਹਾਸ 'ਚ ਵੱਡੇ ਪੱਧਰ 'ਤੇ ਆਉਂਦੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ। ਪਹਿਲਿਆਂ 'ਚ ਮਲਕ ਭਾਗੋ ਹੈ ਤੇ ਦੂਜਿਆਂ 'ਚ ਇਹ ਦੁਨੀ ਚੰਦ ਹੈ। ਦੋਨੋਂ ਵਕਤ ਦੇ ਸ਼ਾਹੂਕਾਰ ਨੇ, ਵਕਤ ਦੇ ਅਮੀਰ ਨੇ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਸਿੱਧੀ ਮੁਲਾਕਾਤ ਹੋਣ ਤੇ ਸਿੱਧੀ ਗੱਲ ਇਹਨਾਂ ਦੇ ਖਾਨੇ 'ਚ ਪੈਂਦੀ ਹੈ। ਇਹ ਜੀਵਨ ਬਦਲ ਜਾਂਦਾ ਹੈ। ਅਰਦਾਸ ਕਰਿਆ ਕਰੀ ਸਾਡਾ ਵੀ ਕਿਤੇ ਬਦਲ ਜਾਏ, ਨਹੀਂ ਤੇ ਦਿਨ ਚੜ੍ਹਨ ਦੇ ਨਾਲ ਕਾਲੀਆਂ ਚੀਜ਼ਾਂ ਚਿੱਟੀਆਂ ਨਹੀਂ ਹੁੰਦੀਆਂ, ਤੇ ਰਾਤ ਪੈਣ ਦੇ ਨਾਲ ਚਿੱਟੀਆਂ ਕਾਲੀਆਂ ਨਹੀਂ ਜੇ ਹੁੰਦੀਆਂ। ਇੱਕ ਬੜਾ ਰਹੱਸਵਾਦ ਹੈ ਕਿ ਕਾਲੇ ਕਰਮ ਥੋੜ੍ਹੇ ਬਹੁਤੇ ਪੁੰਨ ਦਾਨ ਚਿੱਟੇ ਨਹੀਂ ਹੁੰਦੇ। ਦੇਹ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵੰਨ। ਜਿੰਨਾ ਮਰਜੀ ਸੂਰਜ ਚਮਕੀ ਜੇ ਅਗਰ ਕੱਪੜੇ ਕਾਲੇ ਨੇ ਤੇ ਕਾਲੇ ਹੀ ਰਹਿਣੇ ਨੇ, ਤੇ ਜਿੰਨੀ ਮਰਜੀ ਅੰਧਕਾਰ ਦੀ ਭਰੀ ਰਾਤ ਹੋਵੇ ਅਗਰ ਵਸਤਰ ਚਿੱਟੇ ਨੇ ਤੇ ਚਿੱਟੇ ਹੀ ਰਹਿਣੇ ਨੇ। ਕਰਮ ਕੱਪੜੇ ਨੇ,
ਬਾਹਰੋਂ ਜਿੰਨਾ ਮਰਜ਼ੀ ਧਰਮ ਦਾ ਦਿਖਾਵਾ ਕਰ ਲਿਆ ਕਰ, ਕਰਮ ਕਾਲੇ ਨੇ, ਕਰਮ ਮਾੜੇ ਨੇ ਤੇ ਕਾਲੇ ਹੀ ਰਹਿਣੇ ਨੇ। ਤੇ ਜੇ ਕਿਸੇ ਦੇ ਕਰਮ ਚੰਗੇ ਨੇ ਤੇ ਭਾਈ ਬਾਹਰੇ ਆਲਾ ਦੋਲਾ ਦਾ ਕਿਤਨਾ ਗਰੀਬੀ ਦਾ ਹੈ, ਕਿਤਨਾ ਹੁੱਕੀ ਕੁਛ ਹੋ ਗਿਆ, ਕੋਈ ਪਾਇਨੇ ਨਹੀਂ, ਉਹਦੇ ਵਸਤਰ ਉਜਲੇ ਨੇ, ਬੇਦਾਗ ਹੈ ਜੀਵਨ। ਅਸਾਂ ਨੇ ਆਪਣੇ ਜੀਵਨ ਨੂੰ ਪਰਖਣਾ ਹੈ, ਜੀਵਨ ਨੂੰ ਸਮਝਣਾ ਹੈ, ਤੇ ਜਿੱਥੋਂ ਤੱਕ ਹੋ ਸਕੇ ਲੱਗਦੀ ਵਾਹ, ਪੰਜਾਬੀ 'ਚ ਕਹਿੰਦੇ ਲੱਗਦੀ ਵਾਹੇ, ਆਪਣੇ ਜੀਵਨ ਨੂੰ ਬਦਲਣਾ ਹੈ। ਔਰ ਇਹੀ ਰਹੱਸ ਵਾ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਹੈ ਕਿ ਸਾਡਾ ਮਨ ਮੁੜ ਸਕੇ, ਮੁੜ ਕੇ ਗੁਰੂ ਚਰਨਾਂ ਵੱਲ, ਗੁਰੂ ਵੱਲ ਸਨਮੁਖ ਹੋ ਜਾਏ, ਤੇ ਕਿਤੇ ਗੁਰੂ ਕੀ ਨਦਰ, ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਭਰੀ ਦ੍ਰਿਸ਼ਟੀ ਸਾਡੇ 'ਤੇ ਪੈ ਜਾਏ। ਔਰ ਇਸੇ ਗੱਲ ਨੂੰ ਸਮਝਦਿਆਂ ਸਮਝਾਉਂਦਿਆਂ ਰਾਗ ਸੋਰਠ ਦੀ ਰੰਭਤਾ 'ਚ ਅਸੀਂ ਬੱਚਿਆਂ ਨੂੰ ਲਗਾਤਾਰ ਵਾਚਣ ਦਾ ਯਤਨ ਕਰ ਰਹੇ ਹਾਂ, ਕਿਉਂਕਿ ਰਾਗ ਸੋਰਠ ਜਿਤਨਾ ਪੜ੍ਹਨ ਨੂੰ ਸਰਲ ਲੱਗਦਾ ਹੈ ਨਾ, ਉਨਾ ਸਰਲ ਹੈ ਨਹੀਂ। ਪੜ੍ਹਨ ਨੂੰ ਪਾਠ ਕਰਨਾ ਬੜਾ ਸਰਲ ਜਿਹਾ ਲੱਗਦਾ, ਕਿਉਂਕਿ ਇਹਦੀ ਪੰਜਾਬੀ ਦਾ ਫਰਕ ਗੁਰੂ ਨਾਨਕ ਸਾਹਿਬ ਜੀ ਤੋਂ ਬੜਾ ਸਰਲ ਲੱਗਦਾ, ਕਿਉਂਕਿ ਰਾਗ ਸੋਰਠ ਦਾ ਜੋ ਆਧਾਰ ਹੈ ਉਹ ਸਰਲ ਜਿਹਾ ਹੈ। ਤੇ ਇਹ ਗੱਲਾਂ ਸਾਨੂੰ ਸਮਝ ਆ ਜਾਣ। ਜੀਵਨ ਦੇ ਵਿੱਚ ਸਾਡੇ 'ਚੋਂ ਹਰ ਕੋਈ, ਜੀ ਆਪਾਂ ਕਈ ਵਾਰ ਵਾਚ ਚੁੱਕੇ ਹਾਂ ਕਿ ਇੱਕ ਚੰਗਾ ਪੁੱਤਰ, ਚੰਗਾ ਮਾਪੇ, ਚੰਗੇ ਭੈਣ ਭਰਾ, ਇਹ ਸਾਨੂੰ ਪਰਿਵਾਰਕ ਮੰਡਲ 'ਚ ਬਣਨਾ ਚਾਹੀਦਾ ਹੈ। ਜੋ ਮਾਏ ਬਾਪ ਕੋ ਬੇਟਾ ਨੀਕਾ, ਸਸੁਰ ਚਤੁਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਇਹ ਸਾਡਾ ਪਰਿਵਾਰਕ ਦਰਸ਼ਨ ਹੈ, ਅਤੇ ਇਸ ਪਰਿਵਾਰਕ ਦਰਸ਼ਨ ਵਿੱਚ ਅਸਾਂ ਨੇ ਖਰੇ ਉਤਰਨਾ ਚਾਹੀਦਾ ਹਰ ਇੱਕ ਨੂੰ, ਹਰ ਇੱਕ ਲਈ ਹੈ, ਕਿਉਂਕਿ ਸਾਡੀ ਸੋਚ ਇਸੇ ਤਰ੍ਹਾਂ ਦੀ ਬਣੀ ਹੈ। ਔਰ ਸੋਚ ਨਹੀਂ, ਇਹ ਡਿਮਾਂਡ ਵੀ ਹੈ, ਚਾਹੀਦਾ ਸਾਨੂੰ ਮਾਂ ਬਾਪ ਨੂੰ ਇੱਕ ਚੰਗਾ ਪੁੱਤਰ ਹੀ ਚਾਹੀਦਾ ਹੈ, ਸਹੁਰਿਆਂ ਨੂੰ ਚੰਗਾ ਜਵਾਈ ਚਾਹੀਦਾ ਹੈ, ਬੱਚਿਆਂ ਨੂੰ ਚੰਗਾ ਪਿਓ ਚਾਹੀਦਾ ਹੈ, ਭਰਾਵਾਂ ਨੂੰ ਚੰਗਾ ਭਰਾ ਚਾਹੀਦਾ ਹੈ। ਅਸੀਂ ਹੋਰ ਕੁਛ ਵੀ ਹੋਈਏ, ਅਗਰ ਚੰਗੇ ਬੱਚਿਆਂ ਦੇ ਪ੍ਰਤੀ ਪਿਤਾ ਸਾਬਤ ਨਹੀਂ ਹੋ ਰਹੇ, ਮਾਤਾ ਸਾਬਤ ਨਹੀਂ ਹੋ ਰਹੇ, ਅਸੀਂ ਕੁਛ ਵੀ ਨਹੀਂ, ਬੱਚਿਆਂ ਵਾਸਤੇ ਅਸੀਂ ਕੁਛ ਨਹੀਂ। ਤੇ ਅਸੀਂ ਜਿਤਨੇ ਮਰਜ਼ੀ ਚੰਗੇ ਹੋਏ, ਜੇ ਚੰਗੇ ਧੀ ਪੁੱਤਰ ਸਾਬਤ ਨਹੀਂ ਹੋ ਰਹੇ ਤੇ ਕੁਛ ਵੀ ਤੇ ਨਹੀਂ। ਔਰ ਆਸਾਨ ਇਹਦਾ ਮਤਲਬ ਕਿ ਚੰਗੇ ਬਣਨਾ ਹੈ, ਤੇ ਚੰਗਾ ਦਾ ਮਤਲਬ ਹੀ ਧਰਮ ਹੈ। ਹੋਰ ਧਰਮ ਦਾ ਮਤਲਬ ਕੋਈ ਲਿਬਾਸ ਥੋੜ੍ਹਾ ਪਾ ਲੈ ਕਿ ਪੂਜਾ ਪਾਠ ਕਰ ਲਈ ਧਰਮ ਹੋ ਗਿਆ, ਨਹੀਂ। ਧਰਮ ਦਾ ਮਤਲਬ ਹੈ ਕਿ ਇਹ ਜੋ ਚਾਰ ਪੱਖ ਸਾਡੇ ਹੁੰਦੇ ਨੇ, ਇਹ ਚਾਰ ਦੇ ਚਾਰ ਪੱਖ ਸਾਡੇ ਠੀਕ ਠਾਕ ਹੋ ਜਾਣ। ਤੇ ਚਾਰ ਪੱਖ ਅਸੀਂ ਮੰਨਦੇ ਹਾਂ, ਇੱਕ ਸਾਡਾ ਵੱਡਿਆਂ ਦਾ ਪੱਖ ਹੁੰਦਾ, ਮਾਪਿਆਂ ਦਾ, ਇੱਕ ਪੱਖ ਸਾਡੇ ਤੋਂ ਛੋਟਿਆਂ ਦਾ ਹੁੰਦਾ, ਸੰਤਾਨ ਆਦਿਕ ਦਾ, ਇੱਕ ਪੱਖ ਸਾਡਾ ਆਪਣਾ ਹੈ, ਜਿੱਥੇ ਅਸੀਂ ਸਪਾਊਸ ਹਾਂ, ਪਤੀ ਪਤਨੀ ਬੈਠੇ ਹਾਂ, ਤੇ ਇਹਦੇ ਨਾਲ ਸਾਡੇ ਤੀਸਰਾ ਚੌਥਾ ਪੱਖ ਹੁੰਦਾ ਭੈਣ ਭਰਾ ਸੱਜੇ ਖੱਬੇ। ਹੁਣ ਅਸੀਂ ਇਹਨਾਂ ਚੌਹਾਂ ਪੱਖਾਂ 'ਤੇ ਖਰੇ ਉਤਰਨਾ ਹੈ। ਆਪਣੇ ਵਡੇਰਿਆਂ ਮਾਪਿਆਂ ਲਈ, ਉਹ ਮਾਪਿਆਂ ਦਾ ਰੂਪ ਸੱਸ ਸਹੁਰੇ ਦੇ ਰੂਪ 'ਚ ਵੀ ਹੁੰਦਾ ਅਤੇ ਮਾਤਾ ਪਿਤਾ ਦੇ ਰੂਪ 'ਚ ਵੀ ਹੁੰਦਾ। ਸੱਜੇ ਖੱਬੇ ਭੈਣ ਭਰਾਵਾਂ ਦੇ ਰਿਸ਼ਤੇ ਦੋਹਾਂ ਦੇ ਹੁੰਦੇ ਨੇ, ਅਤੇ ਸੰਤਾਨ ਹੁੰਦੀ ਹੈ, ਅਤੇ ਅਸੀਂ ਇੱਕ ਦੂਜੇ ਪ੍ਰਤੀ ਹੁੰਦੇ ਹਾਂ। ਅਸਾਂ ਇੱਕ ਇਹ ਚਾਰ ਰਿਸ਼ਤੇ ਅਗਰ ਜਿਸ 'ਤੇ ਖਰੇ ਨੇ, ਤੇ ਸਮਝ ਲਓ ਉਹ ਬੰਦਾ ਧਰਮੀ ਹੈ। ਉਸ ਵਿਅਕਤੀ ਨੂੰ ਅਸੀਂ ਧਰਮੀ ਕਹਿ ਸਕਦੇ ਹਾਂ। ਤੇ ਜੇ ਉਹ ਇਹਨਾਂ ਚੋਂ ਖਰਾ ਨਹੀਂ ਗਾ, ਬੜੀਆਂ ਗੱਲਾਂ ਕਰਦਾ ਹੈ, ਉਹਦੇ ਪੂਜਾ ਪਾਠ ਬੜੇ ਨੇ, ਤਸਬੀਹ ਬੜੀ ਤਕੜੀ ਹੈ, ਮਾਲਾ ਬੜੀਆਂ ਫੇਰਦਾ ਹੈ, ਤੇ ਨਾ ਉਹ ਚੰਗਾ ਪੁੱਤਰ ਹੈ, ਨਾ ਚੰਗਾ ਪਿਤਾ ਹੈ, ਨਾ ਚੰਗਾ ਪਤੀ, ਨਾ ਚੰਗਾ ਭਰਾ ਹੈ, ਤੇ ਕੁਛ ਵੀ ਤੇ ਨਹੀਂ ਹੈ, ਫਿਰ ਕੁਛ ਨਹੀਂ ਉਹ। ਇਸ ਕਰਕੇ ਜਦੋਂ ਅਸੀਂ ਮਨ ਕਰਕੇ ਮੰਨਾਂਗੇ ਵੀ ਹਾਂ ਮੈਨੂੰ ਇਹ ਕਰਨਾ ਤੇ ਚਿੱਤ ਰੱਖਣਾ, ਇਹ ਜੋ ਬਲ ਮਿਲਣਾ ਹੈ ਕਿ ਅਸੀਂ ਆਪਣੀਆਂ ਇਹਨਾਂ ਕਰਤੱਵਾਂ ਨੂੰ ਬਾਖੂਬੀ ਨਿਭਾ ਸਕੀਏ, ਉਹ ਬਲ ਮਿਲਦਾ ਜੇ ਨਾਮ ਤੋਂ। ਕਿਉਂਕਿ ਗੁਰਬਾਣੀ ਸਿੱਧੇ ਤੌਰ 'ਤੇ ਸਾਡੇ ਹੱਥ ਫੜ ਕੇ ਨਹੀਂ ਕਹਿੰਦੀ ਕਾ ਕਰੋ। ਗੁਰਬਾਣੀ ਦੇ ਰਾਹੀਂ ਪਠਨ ਪਾਠਨ ਜਪ ਦੇ ਸਦਕੇ ਇੱਕ ਬਲ ਮਿਲਦਾ ਹੁੰਦਾ ਹੈ। ਉਹ ਬਲ ਹੀ ਸਾਨੂੰ ਬੁਰਾਈ ਦੇ ਤਿਆਗ ਅਤੇ ਅੱਛਾਈ ਦੇ ਗ੍ਰਹਿਣ ਕਰਨ ਦੀ ਸ਼ਕਤੀ ਦਿੰਦਾ ਹੈ। ਕਿਉਂਕਿ ਹਰ ਜੀਅ ਦੀ ਇੱਕ ਆਪਣੀ ਆਪਣੀ ਅਲੱਗ-ਅਲੱਗ ਸ਼ਕਤੀ ਹੁੰਦੀ ਹੈ, ਜਿਹਨੂੰ ਸਮਰੱਥਾ ਕਹਿੰਦੇ ਆ, ਕਿਤੇ ਕਿਤੇ ਪਾਤਰਤਾ ਕਿਹਾ ਜਾਂਦਾ ਹੈ। ਗ੍ਰਹਿਣ ਕਰਨ ਦੀ ਪਾਤਰਤਾ ਹੁੰਦੀ ਹੈ, ਅਤੇ ਕਿਸੇ ਵਸਤੂ ਨੂੰ ਤਿਆਗਣ ਵਾਸਤੇ ਬਲ ਹੁੰਦਾ ਹੈ। ਔਰ ਹਰ ਵਿਅਕਤੀ ਦਾ ਅਲੱਗ-ਅਲੱਗ ਹੈ, ਕਿਸੇ ਦੀ ਪਾਤਰਤਾ ਅਤੇ ਕਿਸੇ ਦਾ ਤਿਆਗ ਦਾ ਬਲ, ਇਹ ਦੋਨਾਂ ਦਾ ਅਲੱਗ-ਅਲੱਗ ਹੁੰਦਾ ਹੈ।
ਗੁਰਦੇਵ ਦੇ ਕੋਲ ਤਿਆਗ ਦਾ ਬਲ ਕਿਤਨਾ ਸੀ ਦੇਖਿਆ ਨਾ, ਆਪਣਾ ਸਭ ਕੁਝ ਤਿਆਗ ਸਕਦੇ ਨੇ, ਫਿਰ ਵੀ ਮੱਥੇ ਤੇ ਵੱਟ ਨਹੀਂ ਪੈਂਦਾ। ਤੇ ਸਾਡਾ ਤੇ ਕੋਈ ਭਾਈ ਪੈਨ ਲੈ ਜੇ ਤੇ ਅਸੀਂ ਸਾਰੀ ਦਿਹਾੜੀ ਸੋਚਦੇ ਲੈ ਦਸਤਖਤ ਕਰਨ ਆਇਆ ਸੀ, ਦਫ਼ਤਰੋਂ ਪੈਨ ਲੈ ਗਿਆ। ਅਸੀਂ ਨਹੀਂ ਕਰ ਪਾ ਰਹੇ। ਇਸ ਨੂੰ ਅਸੀਂ ਸਮਝਣਾ ਹੋਵੇ ਨਾ, ਸਾਡੇ ਕਿਸੇ ਕਾਰਨ ਕੋਈ ਚੀਜ਼ ਗਵਾਚ ਜਾਂਦੀ ਹੈ, ਤੇ ਗਵਾਚ ਜਾਣ ਤੋਂ ਬਾਅਦ ਜਦੋਂ ਸਾਨੂੰ ਲੱਭਦੀ ਨਹੀਂ ਤੇ ਉਦੋਂ ਸਾਡੇ ਮਨ ਵਿੱਚ ਕਿਤਨੀ ਖੋਹ ਪੈਂਦੀ ਉਹਦੇ ਪ੍ਰਤੀ, ਕਿਤਨੀ ਖਿਝ ਪੈਦਾ ਹੁੰਦੀ ਹੈ। ਤੇ ਆਪਣਿਆਂ ਦੇ ਪ੍ਰਤੀ ਉਦੋਂ ਸਾਡੇ ਭਾਵ ਕਿਹੋ ਜਿਹੇ ਬਣ ਜਾਂਦੇ ਜਿਨ੍ਹਾਂ ਦੀ ਜ਼ਿੰਮੇਵਾਰੀ 'ਚੋਂ ਚੀਜ਼ ਹੁੰਦੀ ਹੈ। ਉੱਥੋਂ ਪਤਾ ਲੱਗਦਾ ਕਿ ਸਾਡਾ ਪ੍ਰਾਪਤੀ ਦਾ ਤੇ ਪਕੜ ਦਾ ਤੇ ਤਿਆਗ ਦਾ ਬਲ ਕਿਤਨਾ ਕੁ ਹੈ। ਔਰ ਇਹ ਸਾਰਾ ਕੁਝ ਇਸੇ ਕਰਕੇ ਨੇ ਪਾਹੇ ਪਰੋਂ ਗੁਰ ਕੇ ਬਲਿਹਾਰ ਹੈ। ਜਦੋਂ ਸਮਝ ਆ ਜਾਂਦੀ ਵੀ ਸਾਰੇ ਪਦਾਰਥਾਂ 'ਚੋਂ ਨਾਮ ਹੀ ਸਾਥੀ ਹੈ, ਨਾਮ ਹੀ ਤਾਕਤ ਹੈ, ਨਾਮ ਹੀ ਬਲ ਹੈ, ਤੇ ਗੁਰੂ ਕੇ ਪੈਰੀਂ ਪੈ ਜਾਂਦੇ। ਇਸੇ ਕਰਕੇ ਸਿੱਖ ਆਪਣੇ ਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹੈ। ਆਸਾ ਕੀ ਵਾਰ ਵਿੱਚ ਰੋਜ਼ ਇਹਨਾਂ ਗੱਲਾਂ ਦਾ ਸਾਡੇ ਨਾਲ ਜ਼ਿਕਰ ਕੀਤਾ ਜਾਂਦਾ, ਔਰ ਪਹਿਲੇ ਸ਼ਲੋਕਾਂ ਦੇ ਵਿੱਚ ਹੀ ਇਹਦਾ ਜ਼ਿਕਰ ਹੈ। ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤਨ ਲਾਗੀ ਵਾਰ। ਹੌਲੀ ਹੌਲੀ ਜਿਉਂ-ਜਿਉਂ ਇਹ ਗੱਲਾਂ ਸਮਝਣ ਲੱਗ ਪੈਂਦੀਆਂ ਤੇ ਅਸੀਂ ਅੱਗੇ ਵੱਧਦੇ ਹਾਂ। ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਸਾਡੀ ਹਾਲਤ ਕਿਹੋ ਜਿਹੀ ਹੈ, ਕਿਉਂਕਿ ਅਸੀਂ ਨਾਮ, ਦਾਨ, ਇਸ਼ਨਾਨ, ਇਹ 3 ਕਰਤੱਵ ਨੇ ਜੋ ਗੁਰੂ ਨਾਨਕ ਜੀ ਨੇ ਸਾਨੂੰ ਵੱਡੇ ਪੱਧਰ 'ਤੇ ਦਿੱਤੇ ਨੇ। ਨਾਮ ਉਹ ਅਨੰਤ ਕਲਾ ਹੈ, ਅਨੰਤ ਤਾਕਤ ਹੈ। ਦਾਨ ਦੀ ਪ੍ਰਾਪਤੀ ਤੋਂ ਬਾਅਦ ਅਸਾਂ ਲੋਕਾਂ 'ਚ ਕੀ ਡਿਲੀਵਰ ਕਰਨਾ ਹੈ, ਤੇ ਇਸ਼ਨਾਨ ਹੈ ਪਵਿੱਤਰਤਾ। ਕਈ ਬੰਦੇ ਦੇਖਿਆ ਹੋਣਾ ਡਿਲੀਵਰ ਬਹੁਤ ਕਰ ਰਹੇ ਨੇ, ਪੁੰਨਦਾਨ ਦੇਖਿਆ ਉਹਨੂੰ, ਲੰਗਰ ਲੱਗੇ ਨੇ, ਭੰਡਾਰੇ ਵਰਤ ਰਹੇ ਨੇ, ਪਰ ਪਵਿੱਤਰ ਨਹੀਂ ਗੇ। ਮਲਕ ਭਾਗੋ ਦਾਨ ਬਹੁਤ ਕਰ ਰਿਹਾ ਹੈ ਪਰ ਪਵਿੱਤਰ ਨਹੀਂ ਹੈ। ਦੁਨੀ ਚੰਦ ਦਾਨ ਬਹੁਤ ਕਰ ਰਿਹਾ ਹੈ ਪਰ ਪਵਿੱਤਰ ਨਹੀਂ ਹੈ। ਅਸਾਂ ਪਵਿੱਤਰ ਵੀ ਹੋਣਾ ਹੈ, ਨਿਰਾ ਦਾਨ ਹੀ ਨਹੀਂ ਕਰਦੇ ਰਹਿਣਾ, ਅਸਾਂ ਪਵਿੱਤਰ ਵੀ ਹੋਣਾ ਹੈ। ਔਰ ਇਹ ਅਸੀਂ ਨਹੀਂ ਕਰ ਪਾ ਰਹੇ। ਤੇ ਸਾਡੇ ਮਨ ਦੀ ਜੋ ਚੇਤਨ ਪੱਖ ਹੈ ਉਹ ਝੂਠ ਪ੍ਰੀਤ ਨਾਲ ਜੁੜੀ ਹੈ। ਗੰਧਨ ਵੈਣ ਸੀ, ਕੱਲ੍ਹ ਪੜ੍ਹ ਰਹੇ ਸੀ ਕਿ ਸਾਡੇ ਮਾਨਸਿਕ ਦਸ਼ਾ ਕਿੱਥੇ ਖੜੀ ਸੀ। ਦੁਨੀਆ ਭਰ ਦੇ ਕੁਬੋਲ, ਮਾੜੇ ਬੋਲ, ਗੀਤ ਅਸੀਂ ਇਹਨਾਂ ਨਾਲ ਟਿਕੇ ਹੋਏ ਆ। ਕਦੇ ਕਦੇ ਸਾਡੇ 'ਚ ਖਿਆਲ ਸੁਣੀਦਾ ਪੜ੍ਹੀਦਾ ਵੀ ਬਾਣੀ ਯਾਦ ਕਰਨੀ ਬੜੀ ਔਖੀ ਹੋ ਜਾਂਦੀ ਹੈ। ਦੁਨੀਆ ਦੇ ਟੱਪੇ 'ਤੇ ਬੋਲ ਬੜੀ ਛੇਤੀ ਯਾਦ ਹੋ ਜਾਂਦੇ ਨੇ। ਆਪਾਂ ਕਦੇ ਕਦੇ ਦੇਖਿਆ ਹੋਣਾ। ਜਪਜੀ ਸਾਹਿਬ ਪੜ੍ਹਦੇ ਨੂੰ ਉਮਰ ਲੰਘ ਚੱਲੀ ਹੈ, ਫਿਰ ਵੀ ਗਲਤੀ ਹੋ ਜਾਂਦੀ ਹੈ। ਲਗਭਗ ਸਾਰਿਆਂ ਤੋਂ ਹੁੰਦੀ। ਬੜੇ ਵੱਡਿਆਂ ਨੂੰ ਵੇਖਿਆ ਜਪਜੀ ਸਾਹਿਬ ਪਾਠ ਕਰਦਿਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ, ਗਲਤੀ ਹੋ ਜਾਂਦੀ ਹੈ। ਉਹਦੇ ਥਾਂ 'ਤੇ ਕਿਸੇ ਕੋਈ ਆਮ ਸਧਾਰਨ ਜਿਹੇ ਗੀਤਾਂ ਦੇ ਬੋਲ ਸੁਣ ਲੈਂਦੇ, ਕਿਤੇ ਬੱਸ 'ਤੇ ਤੁਰੇ ਜਾਂਦੇ ਆ, ਅੱਧਾ ਘੰਟਾ ਬੱਸ 'ਚ ਬੈਠੇ ਉਹਨੇ ਕੋਈ ਟੁੱਟਾ ਭੱਜਾ ਜਾਂ ਗੀਤ ਲਾਇਆ ਹੋਏ, ਸਾਨੂੰ ਕਿਤਨੇ ਦਿਨ ਤੱਕ ਯਾਦ ਰਹਿੰਦਾ ਹੈ, ਭੁੱਲਦਾ ਹੀ ਨਹੀਂ। ਆਖਰ ਕੀ ਐਸਾ ਉਹਦੇ ਵਿੱਚ ਸਾਨੂੰ ਦਰਅਸਲ ਉਹਦੇ ਲਫ਼ਜ਼ਾਂ 'ਚ ਵਜ਼ਨ ਹੀ ਕੋਈ ਨਹੀਂ ਗਾ। ਉਹਨਾਂ ਲਫ਼ਜ਼ਾਂ 'ਚ ਵਜ਼ਨ ਹੀ ਕੋਈ ਨਹੀਂ, ਭਾਰ ਹੀ ਕੋਈ ਨਹੀਂ। ਮਨ ਹਲਕਾ ਫੁਲਕਾ ਚੁੱਕੀ ਫਿਰਦਾ ਉਹਨਾਂ ਨੂੰ। ਗੁਰਬਾਣੀ ਦੇ ਲਫ਼ਜ਼ਾਂ 'ਚ ਵਜ਼ਨ ਹੈ। ਇਸ ਨੂੰ ਚੁੱਕਣ ਵਾਸਤੇ ਓਨਾ ਹੀ ਬਲ ਚਾਹੀਦਾ। ਤੇ ਸਾਡੇ ਮਨ ਦਾ ਜੋ ਅਮੂਮਨ ਸਾਡਾ ਪੱਖ ਹੈ ਉਹ ਮਾਇਆਵੀ ਹੈ। ਇਹੋ ਜਿਹੇ ਬੋਲ ਅਸੀਂ ਵਰਤਦੇ ਹਾਂ, ਇਸ ਕਰਕੇ ਸੰਬੰਧ ਬੜੀ ਛੇਤੀ ਸਥਾਪਿਤ ਹੁੰਦਾ ਹੈ। ਸਾਡੇ ਮਨ ਦੀ ਤਰੰਗ ਉਹਨਾਂ ਜੁੜ ਜਾਂਦੀ ਹੈ, ਉਹ ਕਨੈਕਟ ਹੋ ਜਾਂਦਾ ਹੈ, ਯਾਦ ਹੋ ਜਾਂਦਾ ਹੈ। ਔਰ ਯਾਦਾਸ਼ਤ ਕਰਨ ਵਾਸਤੇ ਕਨੈਕਟ ਹੋਣਾ ਬੜਾ ਜ਼ਰੂਰੀ ਹੈ। ਅਸੀਂ ਭਾਈ ਸਾਹਿਬ ਨਾਲ ਰਹਿ ਕੇ ਕਈ ਵਾਰ ਸੁਣਦੇ ਸੀ ਕਿ ਬਾਣੀ ਨੂੰ ਕਿਵੇਂ ਪੜ੍ਹੀਏ। ਇੱਕ ਤਾਂ ਅਸੀਂ ਗੁਟਕਾ ਹੱਥ ਲੈ ਟਕ 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 ਪੜ੍ਹ ਗਏ, ਪਤਾ ਨਹੀਂ ਲੱਗਾ ਕਿਹੜੀ ਪੌੜੀ ਪੜ੍ਹੀ ਅਤੇ ਕਿਹੜੀ ਪੌੜੀ ਨਹੀਂ ਪੜ੍ਹੀ। ਕਹਿੰਦੇ ਹੁੰਦੇ ਸੀ ਆਪਣਾ ਧਰਮ ਨੂੰ ਬਣਾਓ, ਤੁਹਾਡਾ ਆਪਣੀ ਮਸਤੀ 'ਚ ਗਾਓ। ਇਹ ਠੀਕ ਹੈ, ਰਾਗ 'ਚ ਹੈ ਬਾਣੀ, ਸਾਨੂੰ ਰਾਗ ਦੀ ਸੁਰਾਂ ਦਾ ਨਹੀਂ ਪਤਾ, ਪਰ ਸਾਡੀ ਆਪਣੀ ਲੈ ਤਾਲ 'ਤੇ ਹੋਏਗੀ ਨਾ। ਕਦੇ ਇਕਾਂਤ ਬੈਠ ਕੇ ਦੇਖਣਾ ਮਜ਼ਾ ਕਿੰਨਾ ਆਉਂਦਾ, ਕਿੰਨਾ ਆਨੰਦ ਆਉਂਦਾ ਉਹਦੇ ਵਿੱਚ। ਜਪਜੀ ਸਾਹਿਬ ਦਾ ਗੁਟਕਾ ਹੀ ਹੈ, ਆਪਣੇ ਹੱਥ 'ਚ ਮੰਨ ਲਓ ਗੁਟਕਾ ਸਾਹਿਬ ਅਸੀਂ ਲੈ ਲਿਆ। ਅੱਜ ਮੋਬਾਈਲ ਠੀਕ ਹੈ, ਲੈ ਲਓ, ਆਪਣੇ ਕਮਰੇ 'ਚ ਆਪਣੇ ਬੈਠ ਜਾਓ ਅਤੇ ਆਪਣੀ ਮਸਤੀ ਵਿੱਚ ਆਪਣੇ ਲਈ ਗਾਓ, ਜਿਹਨੂੰ ਭਜਨ ਕੈਟਾਗਰੀ ਹੁੰਦੀ ਹੈ। ਇਹ ਨਹੀਂ ਕਿ ਕਿਸੇ ਨੂੰ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ, ਸਾਡੀ ਸੁਰ, ਸਾਡੀ ਤਾਲ, ਸਾਡੀ ਲੈ ਕਿਸ ਨੂੰ ਚੰਗੀ ਲੱਗਦੀ, ਨਾ ਲੱਗੇ ਭਾਈ ਕੀ ਜਾਂਦਾ ਸਾਡਾ। ਆਪਣੇ ਲਈ ਗਾ ਕੇ ਦੇਖੋ, ਬਸ ਕਿਤੇ 2 ਕੁ ਵਾਰ ਆਪਣੇ ਲਈ ਗਾ ਲਿਆ ਨਾ, ਬਹੁਤ ਯਾਦ ਹੋ ਜਾਏਗਾ, ਬਹੁਤ ਨੇੜੇ ਆ ਜਾਵਾਂਗੇ। ਪਰ ਚੂੰਕਿ ਅਸੀਂ ਆਪਣੇ ਲਈ ਤਾਂ ਪੜ੍ਹਦੇ ਹੀ ਨਹੀਂ, ਆਪਣੇ ਲਈ ਤਾਂ ਗਾਉਂਦੇ ਹੀ ਨਹੀਂ,
ਅਸੀਂ ਤਾਂ ਚूँकि ਮਰਿਆਦਾ ਪੂਰੀ ਕਰਨੀ ਦੱਸਿਆ ਸਾਨੂੰ ਵੱਡਿਆਂ ਨੇ ਪਾਠ ਕਰਨਾ ਅੱਜ ਕਰਨਾ, ਕਿਉਂਕਿ ਕਿਤੇ ਰਾਹ ਜਾਂਦਿਆਂ ਕੋਈ ਪੁੱਛ ਨਾ ਲਏ ਤੂੰ ਪਾਠ ਕੀਤਾ, ਅਸੀਂ ਕਹਿੰਦੇ ਹਾਂ ਜੀ ਮੈਂ ਕੀਤਾ। ਪਰ ਕੀਤਾ ਕਦੋਂ ਹੀ? ਆਖ ਜੇ ਤਿਆਰ ਹੁੰਦਾ ਮੋਬਾਈਲ 'ਤੇ ਲਾ ਲਿਆ ਸੀ, ਹੋ ਗਿਆ। ਠੀਕ ਹੈ, ਚੰਗਾ ਹੈ, ਮੈਨੂੰ ਮਾੜਾ ਨਹੀਂ ਕਹਿ ਸਕਦਾ, ਚੰਗਾ ਹੈ, ਪਰ ਮਿਲਦਾ ਕੁਛ ਨਹੀਂ ਜੇ। ਚੰਗਾ ਹੈ ਪਰ ਮਤਲਬ ਤਾਂ ਇਹ ਕਿ ਕੀ ਖਟਿਆ ਜੇ, ਕੁਝ ਮਿਲਿਆ ਜੇ ਉਹਦੇ ਵਿੱਚੋਂ? ਨਹੀਂ ਮਿਲਿਆ, ਕੁਛ ਨਹੀਂ ਮਿਲਦਾ। ਉਦੋਂ ਹੈ ਜਦੋਂ ਅਸੀਂ ਆਪਣੀ ਇੰਦਰੀਆਂ ਨੂੰ ਸੰਕੋਚ ਕੇ ਬਾਣੀ ਦੇ ਨਾਲ ਜੁੜਦੇ ਹਾਂ, ਉਦੋਂ ਕੁਝ ਪ੍ਰਾਪਤੀ ਹੁੰਦੀ ਹੈ। ਔਰ ਉਹੀ ਹੈ ਸਹਿਜ ਸਾਧ ਸਭਾ ਮੈਂ ਸਹਿਜ ਨਾ ਚਾਖਿਆ। ਅਤੇ ਜਦੋਂ ਸਾਧ ਸੰਗਤ ਵਿੱਚ ਆ ਕੇ ਰਸ ਸਹਿਜ ਨਹੀਂ ਪ੍ਰਾਪਤ ਹੋਇਆ ਅਤੇ ਨਤੀਜਨ ਜਿਹਬਾ ਨੂੰ ਰਸ ਨਹੀਂ ਆਉਂਦਾ, ਜਿਹਬਾ ਨੂੰ ਰਸ ਨਹੀਂ ਮਿਲਦਾ। ਸਾਨੂੰ ਚਾਹੀਦਾ ਜਿਹਬਾ ਨੂੰ ਰਸ ਪ੍ਰਾਪਤ ਹੋਵੇ। ਹੌਲੀ ਹੌਲੀ ਚੱਲਦੇ ਆਖਰੀ ਕੱਲ੍ਹ ਅਸੀਂ ਇੱਥੇ ਰੁਕੇ ਸਾਂ। ਅੱਖੀ ਮੀਟ ਚਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ। ਤੀਜੀ ਪੌੜੀ ਦੀ ਲੱਖ ਤੁਕਾਂ ਨੇ। ਜਦੋਂ ਅਲਟੀਮੇਟ ਛੁੱਟੀ ਜਾਣਾ ਸਭ ਕੁਛ ਇੱਕ ਦਿਨ, ਆਕਾਰ ਪਰਿਵਾਰ ਸੰਸਾਰ ਜੋ ਨਾ ਅੱਖਾਂ ਨੂੰ ਦਿਸਦਾ ਹੈ, ਇਹ ਸਾਰਾ ਕੁਝ ਅਲਟੀਮੇਟ ਛੁੱਟ ਜਾਣਾ ਹੈ। ਅਤੇ ਛੱਡਣ ਨੂੰ ਚਿੱਤ ਕਿਸੇ ਦਾ ਕਰਦਾ ਨਹੀਂ, ਪਰ ਉਹਨੇ ਧੱਕੇ ਨਾਲ ਛੁਡਾ ਦੇਣਾ। ਇਸੇ ਕਰਕੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਕਿ ਅਸੀਂ ਰੱਜ ਕੇ ਜੀ ਲਿਆ ਖੁਆਇਸ਼ ਹੈ ਕਿ ਕਹਾਂਗੇ ਕਿ ਬਸ ਬਾਈ ਬਾਬਾ ਹੋਰ ਨਹੀਂ ਕਿ ਮੈਂ ਕਰਨਾ। ਉਮਰ ਦਰਾਜ਼ ਤੋਂ ਉਮਰ ਦਰਾਜ਼ ਬੰਦਿਆਂ ਨੂੰ ਵੇਖੀਏ ਕਿ ਉਹ ਰੱਜ ਕੇ ਜੀ ਕੇ ਆਨੰਦ ਨਾਲ ਬੈਠੇ ਨੇ, ਬਸ ਆਪਾਂ ਤਿਆਰ ਹਾਂ, ਹੁਣ ਜਾਣ ਲਈ ਤਿਆਰ ਆ। ਦੇਖਿਆ ਨਹੀਂ, ਅਜੇ ਵੀ ਪੁਰਾਣਾ ਮੁਹਾਵਰਾ ਹੁੰਦਾ ਨਾ ਕਿ ਟੰਗਾ ਕਬਰ 'ਚ ਗਈਆਂ ਅਤੇ ਅਜੇ ਵੀ ਕਿਤੇ ਨਾ ਕਿਤੇ ਹੱਥ ਅੱਖੀਂ ਪਲਾਹੀ ਪਾ ਰਿਹਾ, ਹੋਰ ਅਹੁਦਾ ਮਿਲੀ ਜਾਏ, ਹੋਰ ਪਦਵੀ ਮਿਲੀ ਜਾਏ। ਵੇਖਿਆ ਨਾ 90 94 ਸਾਲ ਦੇ ਬੰਦੇ ਅਜੇ ਵੀ ਕਿਤੇ ਨਾ ਕਿਤੇ ਹੱਥ ਅੜਾਈ ਜਾਂਦੇ ਨੇ, ਕਿਤੇ ਨਾ ਮਤਾਂ ਹੋਰ ਮਤਾਂ ਹੋਰ। ਬੜਾ ਪਿਆਰਾ ਜ਼ਿਕਰ ਹੈ ਗੁਰਬਾਣੀ 'ਚ, ਆਪਣੇ ਪਾਠ ਕਰਦਿਆਂ ਕਰਦਿਆਂ ਕਦੇ ਪੜ੍ਹਿਆ ਹੋਵੇ। ਦਰਸ਼ਨਿਕ ਮੰਡਲ 'ਚ ਮਹਾਰਾਜ ਨੇ ਇੱਕ ਗਾਥਾ ਸੁਣਾਈ ਕਿ ਕੋਈ ਬੰਦਾ ਕਿਤੇ ਖੜਾ ਸੀ, ਪੈਰ ਤਿਲਕਿਆ ਅਤੇ ਡਿੱਗ ਪਿਆ। ਡਿੱਗਿਆ ਕਿਤੇ ਖੂਹ ਵਿੱਚ ਡਿੱਗ ਪਿਆ, ਅੰਧੇ ਖੂਹ 'ਚ ਜਿਸ 'ਚ ਪਾਣੀ ਨਹੀਂ ਹੁੰਦਾ। ਉਹ 'ਚ ਲਤਾ ਬੇਲ ਸ਼ਾਖਾਵਾਂ ਕਈ ਲਟਕੀਆਂ ਪਈਆਂ ਸੀ, ਪੁਰਾਣਾ ਰੱਸਾ ਲਮਕਿਆ ਸੀ। ਡਿੱਗਦੇ ਡਿੱਗਦੇ ਦਾ ਹੱਥ ਉਸ ਲਮਕਦੇ ਹੋਏ ਰੱਸੇ ਨੂੰ ਪੈ ਗਿਆ, ਔਰ ਲਟਕਤੇ ਗਿਆ। ਹੁਣ ਰੱਸੇ ਨੂੰ ਪਕੜ ਕੇ ਖਿੱਚ ਧੂ ਕੇ ਚੜ੍ਹ ਸਕਦਾ ਸੀ ਉੱਪਰ। ਇਹਨੇ ਉੱਪਰ ਵੱਲ ਦੇਖਿਆ, ਉੱਤੇ ਤਮਾਖੀਓ ਸ਼ਹਿਦ ਸੀ, ਉੱਥੋਂ ਸ਼ਹਿਦ ਟਪਕ ਰਿਹਾ। ਇਹਦੇ ਮੁੱਖ ਸ਼ਹਿਦ ਦੀ ਬੂੰਦ ਪੈ ਗਈ। ਇਹ ਸ਼ਹਿਦ ਦਾ ਸਵਾਦ ਲੈਣ ਲੱਗ ਪਿਆ, ਸ਼ਹਿਦ ਦਾ ਸਵਾਦ ਲੈਂਦਾ ਰਿਹਾ। ਹੁਣ ਚੜ੍ਹਨਾ ਭੁੱਲ ਗਿਆ, ਪਹਿਲੇ ਰੱਸਾ ਮਿਲਿਆ, ਇਹ ਮੌਕਾ ਲੱਗਾ ਭਾਈ ਚੜ੍ਹ ਜਾਵਾ। ਇੱਥੇ ਚੜ੍ਹਨਾ ਭੁੱਲ ਗਿਆ ਤੇ ਰੱਸੇ ਨੂੰ ਲਮਕ ਗਏ, ਸ਼ਹਿਦ ਟੱਪ ਟੱਪ ਕਰਕੇ ਬੂੰਦ ਬੂੰਦ ਸ਼ਹਿਦ ਡਿੱਗ ਰਿਹਾ, ਸ਼ਹਿਦ ਦਾ ਸਵਾਦ ਲਈ ਜਾਂਦਾ ਹੈ। ਪਰ ਉਸ ਰੱਸੇ ਦੇ ਉੱਪਰ ਇੱਕ ਕਾਲਾ ਅਤੇ ਚਿੱਟਾ ਚੂਹਾ ਹੈ ਜੋ ਰੱਸੇ ਨੂੰ ਕੁਤਰ ਰਿਹਾ ਹੈ। ਰੱਸਾ ਤਾਂ ਹੌਲੀ ਹੌਲੀ ਕੁਤਰ ਹੀ ਦੇਣਾ ਹੈ। ਆਖਿਰ ਜਦੋਂ ਰੱਸਾ ਕੁਤਰਿਆ ਗਿਆ ਅਤੇ ਧੜਮ ਕਰਕੇ ਡਿੱਗ ਪਿਆ। ਪਤਾ ਲੱਗਾ ਜੇ ਰੱਸਾ ਕਿਹੜਾ ਸੀ, ਸਵਾਸਾਂ ਦਾ ਸਮੇਂ ਦਾ ਰੱਸਾ ਸੀ। ਕਾਲਾ ਅਤੇ ਚਿੱਟਾ ਚੂਹਾ ਕਿਹੜਾ, ਦਿਨ ਅਤੇ ਰਾਤ ਹੈ। ਇਹ ਸਾਡੇ ਸਵਾਸਾਂ ਦੀ ਰੱਸੀ ਨੂੰ ਕੁਤਰਦੇ ਜਾ ਰਹੇ ਨੇ। ਔਰ ਐਸਾ ਤਾਂ ਹੈ ਹੀ ਨਹੀਂ ਕਿ ਸਾਨੂੰ ਸਮਾਂ ਨਾ ਮਿਲੇ, ਵਕਤ ਨਾ ਮਿਲੇ। ਸਵਾਸਾਂ ਦੀ ਪੂੰਜੀ ਹੈ। ਅਸੀਂ ਹੱਥ ਪੱਲਾ ਜੋੜ ਕੇ ਮਿਹਨਤ ਮੁਸ਼ੱਕਤ ਕਰਕੇ ਥੋੜ੍ਹਾ ਬਹੁਤਾ ਉੱਚਾ ਤਾਂ ਚੜ੍ਹ ਹੀ ਸਕਦੇ ਹਾਂ, ਪਰ ਜਿੱਥੇ ਇਸ ਨੂੰ ਜ਼ਿੰਦਗੀ ਥੋੜ੍ਹਾ ਜਿਹਾ ਸਵਾਦ ਆਉਂਦਾ ਅਸੀਂ ਉੱਥੇ ਟਿਕ ਜਾਂਦੇ, ਲਟਕ ਜਾਂਦੇ ਹਾਂ। ਅਤੇ ਜਮ ਚੂਹਾ ਨਿਤ ਕੁਰਕਦਾ, ਜਮ ਰੂਪੀ ਚੂਹਾ ਸਾਡੇ ਸਵਾਸਾਂ ਦੀ ਡੋਰ ਨਿਤ ਕੁਰਕਦਾ ਜਾ ਰਿਹਾ ਹੈ। ਆਹ ਦਿਨ ਚੜ੍ਹਿਆ, ਅਸੀਂ ਚੜ੍ਹਦੇ ਅੱਜ ਵੱਡੇ ਹੋ ਗਏ, ਪਰ ਪਤਾ ਪਾਵਨ ਬਾਣੀ ਪੜ੍ਹ ਕੇ ਸੂਰਜ ਚੜ੍ਹਿਆ। ਆਹ ਥੋੜ੍ਹੀ ਦੇਰ ਪਹਿਲਾਂ ਸੂਰਜ ਚੜ੍ਹ ਗਿਆ ਹੋਣਾ ਨਾ ਹੁਣ, ਅਤੇ ਕੀ ਸਾਡਾ ਸੰਯੋਗ ਪ੍ਰਗਟ ਹੋਇਆ। ਅਸੀਂ ਕਹਿੰਦੇ ਦਿਨ ਚੜ੍ਹੇ ਸੀ ਮਿਲਾਂਗੇ ਫਲਾਣੇ ਨੂੰ ਸੰਯੋਗ, ਨਾ, ਸੂਰਜ ਚੜ੍ਹਿਆ ਵਿਜੋਗ। ਸਾਡਾ ਇੱਕ ਦਿਨ ਘਟ ਗਿਆ, ਪਾਟਣਾ ਸ਼ੁਰੂ ਹੋ ਗਿਆ ਹੌਲੀ ਹੌਲੀ। ਇਹ 10-12 ਘੰਟੇ 'ਚ ਅੱਜ ਦੇ ਦਿਨ ਤਾਰੀਖ ਪਾਟ ਜਾਣੀ ਆ। ਲੋਕ ਕੈਲੰਡਰ ਤੋਂ ਜਿੱਥੇ ਡੇ ਬਾਈ ਡੇ ਵਰਕੇ ਹੁੰਦੇ, ਪਰ ਉਤਲਾ ਪੰਨਾ ਪਰਾਂ ਕੱਟ ਦਿੰਦੇ, ਮੁੜ ਕੇ ਨਹੀਂ ਪੁੱਛਦੇ ਇਸ ਤਾਰੀਖ ਨੂੰ ਕਿਹਨੂੰ ਪੁੱਛਣਾ ਹੈ। ਅੱਜ ਦੀ ਤਾਰੀਖ ਨੂੰ ਸਾਲ ਪਰ ਕਿਸੇ ਪਲਟਣਾ ਨਹੀਂ, ਅਤੇ ਬਾਅਦ 'ਚ ਪੰਨਾ ਚੁੱਕਿਆ ਪਲਟੇ। ਸੂਰਜ ਚੜ੍ਹੇ ਵਿਜੋਗ ਸਭ ਸਹਿ ਘਟੈ ਆਰਜਾ। ਇਹ ਜਮ ਨਿਤ ਕੁਰਕਦਾ ਹੈ। ਅਤੇ ਜਦੋਂ ਉੱਥੇ ਪਹੁੰਚਾਂਗੇ ਜਮ ਦੇ ਦੁਆਰੇ 'ਤੇ ਤਾਂ ਫਿਰ ਲੇਖਾ ਦੇਣਾ ਪੈਣਾ। ਮਹਾਰਾਜ ਕਹਿੰਦੇ ਕਿ ਫਿਰ ਆਪਣਾ ਕੀਆ ਕਮਾਈ, ਜਮਦਰ ਵਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ। ਉੱਥੇ ਬਥੇਰਾ ਭਟਕੇਗਾ, ਬਥੇਰਾ ਭੱਜ ਦੌੜ ਕਰੇਗਾ, ਕੋਸ਼ਿਸ਼ਾਂ ਕਰੇਗਾ, ਜਾਏਗਾ ਕਿੱਥੇ?
ਮਹਾਰਾਜ ਕਹਿੰਦੇ ਫਿਰ ਸਹਵੇ ਜੀਆ ਆਪਣਾ ਕੀਆ, ਹੁਣ ਸਹਿਣਾ ਪੈਣਾ। ਸਭ ਆਪਣਾ ਕੀਆ ਕਰਾਰਾ ਹੈ। ਇੱਥੇ ਤੇ ਬੜੇ ਚੰਗੇ ਸਵਾਦ ਲਏ, ਦੁਨੀਆ ਦੇ ਜ਼ਿੰਦਗੀ ਦੇ ਰਸ ਮਾਣੇ, ਪਰ ਪਰਮੇਸ਼ਰ ਦੀ ਬੰਦਗੀ ਦਾ ਨਾਮ ਨਹੀਂ ਲਿਆ, ਤੇ ਫਿਰ ਸਹਿਣਾ ਪੈਣਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਿਤਨੇ ਰਸ ਭੋਗ ਅਸੀਂ ਮਿੱਠੇ ਮਾਣ ਰਹੇ ਹਾਂ, ਉਨੇ ਹੀ ਜੋ ਨਤੀਜੇ ਸਾਨੂੰ ਭੁਗਤਣੇ ਪੈਣੇ। ਇਸੇ ਕਰਕੇ ਸਿਆਣੇ ਲੋਕ ਰਸ ਭੋਗਾਂ 'ਚ ਨਹੀਂ ਜਾਂਦੇ। ਜੋ ਸੁਭਾਵਿਕ ਕਿਰਿਆ ਕਲਾਪ ਨੇ ਬਸ ਉਹਨਾਂ ਕਰਦੇ, ਉਹਨਾਂ ਹੀ ਕਰਨਾ ਚਾਹੀਦਾ ਹੈ। ਸਰੀਰਕ ਤੌਰ 'ਤੇ ਜਿਤਨੇ ਕੁ ਸੁਭਾਵਿਕ ਸਾਡੇ ਡਿਊਟੀਜ਼ ਨੇ, ਕਰਮ ਕਰਤਵ ਨੇ, ਅਤੇ ਖਾਣ ਪੀਣ ਹੰਡਾਣ ਨੂੰ ਜੋ ਸਾਨੂੰ ਸੁਭਾਵਿਕ, ਜਿਹਨੂੰ ਅਲਪ ਆਹਾਰ ਸੁਲਪ ਸੇ ਨਿਦਰਾ, ਇਸ ਦਾਰਸ਼ਨਿਕ ਮੰਡਲ 'ਚ ਕਿਹਾ ਗਿਆ ਵੀ ਖਾਣਾ ਮਨਾ ਨਹੀਂ ਹੈ, ਪਰ ਕਿਤਨਾ ਖਾਣਾ ਜਿਤਨਾ ਸਰੀਰ ਚੱਲਦਾ ਰਹੇ। ਬਸ ਖਾਣ ਵਾਸਤੇ ਮਤ ਜਿਉਂਦੇ ਰਹੋ, ਜਿਉਣ ਵਾਸਤੇ ਖਾਓ। ਅਲਪ ਆਹਾਰ ਸੁਲਪ ਸੇ ਨਿਦਰਾ, ਤੇ ਕਰੀਏ ਕਿ ਦਇਆ ਛਿਮਾ ਤਨ ਪ੍ਰੀਤ। ਇਹ ਕਰਨਾ ਹੈ, ਨਹੀਂ ਤੇ ਫਿਰ ਕੀ ਹੈ, ਕਮਾਉਣਾ ਤੇ ਪੈਣਾ, ਜੋ ਕੀਤਾ ਭੁਗਤਣਾ ਤੇ ਪੈਣਾ ਹੀ ਹੈ, ਲੇਖੇ ਤੇ ਦੇਣੇ ਪੈਣੇ ਆ। ਅਸੀਂ ਕੱਲ੍ਹ ਪਰਸੋਂ ਵਾਚ ਰਹੇ ਸਾਂ ਬਾਬਾ ਕਬੀਰ ਸਾਹਿਬ ਦਾ ਬਚਨ ਕਿ ਭਾਈ ਜੇ ਤੂੰ ਭਗਤਾਂ ਦਾ ਕਿਹਾ ਨਹੀਂ ਮੰਨੇਗਾ ਤੇ ਤੈਨੂੰ ਕਰਨਾ ਤੇ ਪੈਣਾ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਇਸ ਸ਼ਬਦ ਨੂੰ ਕਿਤੇ ਠਹਿਰ ਕੇ ਪੜ੍ਹਨਾ। ਗੁਰਮੁਖ ਜਨ ਤੇ ਕਹਿੰਦੇ ਨੇ ਭਾਈ ਜਪ ਲੋ, ਬੰਦਗੀ ਕਰ ਲੋ, ਨਿੰਦਾ ਚੁਗਲੀ ਈਰਖਾ ਦਵੈਸ਼ ਮੋਹ ਮੇਰੀ ਮੈਤ ਬਚ ਜੋ, ਪਰ ਅਸੀਂ ਨਹੀਂ ਬਚ ਪਾ ਰਹੇ। ਤੇ ਨਤੀਜਨ ਜਨ ਭਗਤਨ ਕੋ ਕਹਿਓ ਨਾ ਮਾਨੋ, ਕੀਓ ਆਪਣੋ ਪਈ ਹੈ। ਫਿਰ ਮਹਾਰਾਜ ਕੀ ਕਰੀਏ? ਮਹਾਰਾਜ ਕਹਿਣ ਲੱਗੇ ਸਾਨੂੰ ਇੱਕ ਜੁਗਤ ਦਿੰਦੇ ਨੇ ਅਰਦਾਸ ਕਰਨ ਦੀ। ਨਦਰ ਕਰੇ ਤਾਂ ਅੱਖੀਂ ਵੇਖਾ। ਹੁਣ ਮੈਨੂੰ ਗਿਆਨ ਤੇ ਹੈ ਸਾਨੂੰ ਕਿ ਸਾਰਾ ਬ੍ਰਹਮੰਡੀ ਪਸਾਰਾ ਕਰਤੇ ਦਾ ਗਿਆਨ ਹੈ ਨਾ, ਸਾਨੂੰ ਜਾਣਕਾਰੀ ਸਾਰੀ ਹੈ। ਫਿਰ ਕੀ ਦੱਸਿਆ ਕਿਸੇ ਨੂੰ ਅਜੇ ਤੱਕ? ਸ਼੍ਰੀ ਅਨੰਦ ਸਾਹਿਬ 'ਚ ਕੀ ਬਾਣੀ ਕਾ ਪਾਠ ਨਿਤਨੇਮੀ ਜਾਂ ਨਿਤ ਕਰਦੇ ਹੋ, ਉਹ ਦੱਸਿਆ ਗਿਆ ਇਹ ਨੇਤਰੋ ਮੇਰੇ ਹੋ ਹਰ ਤੁਮ ਹੈ ਜੋਤ ਧਾਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇੱਥੇ ਕੁਐਸਚਨ ਮਾਰਕ ਲੱਗਦਾ ਕਿ ਇਹਨਾਂ ਨਜ਼ਰਾਂ ਦੇ ਨਾਲ ਤੂੰ ਰੱਬ ਦੇਖਿਆ? ਹੁਣ ਸਾਨੂੰ ਤੁਹਾਨੂੰ ਕੋਈ ਪੁੱਛੇ ਵੀ ਇੰਨੇ ਸਾਲ ਹੋ ਗਏ ਕਥਾ ਕਰਦੇ ਆ, ਇੰਨੇ ਸਾਲ ਹੋ ਗਏ ਤੁਹਾਨੂੰ ਸੁਣਦੇ ਆ, ਕਿ ਤੁਸੀਂ ਰੱਬ ਦੇਖਿਆ? ਜਿਸ ਰੱਬ ਦੀਆਂ ਵਿਆਖਿਆਵਾਂ ਕਰਦੇ ਹੋ ਕਿ ਰੱਬ ਦੇਖਿਆ? ਸ਼ਾਇਦ ਇਸੇ ਕਰਕੇ ਤਰਕ ਵਾਲੇ ਕਹਿਣ ਲੱਗੇ ਜੇ ਹੁੰਦਾ ਤਾਂ ਦਿਸਦਾ ਨਾ। ਆ ਤਰਕ ਵਾਲੇ ਗਾਹੇ ਬਗਾਹੇ ਜਿਹਨੇ ਇੱਕ ਅੱਧੀ ਕਿਤਾਬ ਪੜ੍ਹੀ ਹੁੰਦੀ ਹੈ, ਲੈ ਜੇ ਰੱਬ ਹੁੰਦਾ ਤਾਂ ਦਿਖਦਾ ਨਾ। ਤੇ ਪੁੱਛਦੇ ਤੇ ਅਸੀਂ ਚੁੱਪ ਕਰ ਜਾਂਦੇ, ਹਾਂ ਵਾਕਈ ਦਿਖਦਾ ਤਾਂ ਹੈ ਨਹੀਂ, ਪਰ ਕਿਉਂਕਿ ਅਸੀਂ ਪੜ੍ਹ ਛੱਡਿਆ ਨਾ, ਸਮਝਿਆ ਨਹੀਂ, ਅਸੀਂ ਜਵਾਬ ਨਹੀਂ ਦੇ ਪਾ ਰਹੇ ਹੁੰਦੇ ਉਹਨੂੰ। ਉਹਨੂੰ ਪੁੱਛੀ ਵੀ ਕਦੇ ਤੂੰ ਆਪਣੇ ਆਪ ਨੂੰ ਵੇਖਿਆ? ਜਿਹੜੇ ਪੁੱਛਦੇ ਨਾ ਕਿ ਤੁਸੀਂ ਰੱਬ ਦੇਖਿਆ, ਰੱਬ ਦਿਖਾ ਦਿਓ, ਤੈਨੂੰ ਪੁੱਛਣਾ ਭਾਈ ਤੂੰ ਕਦੇ ਆਪਣੇ ਆਪ ਨੂੰ ਦੇਖਿਆ? ਗੱਲਾਂ ਤੇ ਕਰ ਰਹੇ ਹੋ, ਤੂੰ ਆਪਣੇ ਆਪ ਨੂੰ ਦੇਖਿਆ? ਤੇ ਦੱਸੇਗਾ ਮੈਂ ਤੇਰੇ ਸਾਹਮਣੇ ਖੜਾ ਸੀ। ਫਿਰ ਕਹਿ ਦਈਏ ਵਿਗਿਆਨ ਪੱਧਤੀ ਮੁਤਾਬਕ ਨਹੀਂ ਭਾਈ, ਮੇਰੇ ਸਾਹਮਣੇ ਤੇ ਹਾਰਡ ਮਾਸ ਨਾੜੀ ਕੋ ਪਿੰਜਰ ਖੜਾ ਹੈ, ਇੰਨੇ ਕਿਲੋ ਭਾਰ ਦਾ ਸਰੀਰ ਖੜਾ ਹੈ, ਤੇ ਸਰੀਰ ਨੂੰ ਕਿਸੇ ਸਾਇੰਸਫਿਟਿਕ ਤਰੀਕੇ ਦਾ ਨਾ ਦੇਖ ਲਓ ਭਾਈ, ਇਹਦੇ ਵਿੱਚ 70% 70-72% ਪਾਣੀ ਹੈ, ਬਾਕੀ ਦੁਨੀਆ ਭਰ ਦੇ ਹੋਰ ਲਵਣ ਖਣਿਜ ਪਦਾਰਥ ਨੇ। ਤੂੰ ਕਿੱਥੇ ਹੈ? ਆਹ ਤੇ ਹੱਥ ਹੈ, ਪੈਰ ਹੈ, ਨੱਕ ਮੂੰਹ, ਸਾਰੇ ਅੰਗ ਗਿਣਾ ਸਕਦੇ, ਪਰ ਤੂੰ ਕਿੱਥੇ ਹੈ? ਕਹੇਗਾ ਮੈਂ ਹਾਂ। ਕਹੀ ਇਹ ਸਾਰੇ ਹੱਥਾਂ 'ਚੋਂ, ਅੰਗਾਂ 'ਚੋਂ, ਸਿਰ 'ਚੋਂ, ਪੈਰ 'ਚੋਂ ਤੂੰ ਕਿੱਥੇ ਹੈ? ਕਮ ਸੇ ਕਮ ਆਪਣੇ 6 ਫੁੱਟ 5 ਫੁੱਟ ਸਰੀਰ 'ਚ ਕੋਈ ਇੱਕ ਪੁਆਇੰਟ ਦੱਸ, ਤੂੰ ਕਿੱਥੇ ਹੈ? ਨਹੀਂ ਦੱਸ ਪਾਏਗਾ। ਇਸੇ ਤਰ੍ਹਾਂ ਕਿ ਫਿਰ ਜੇ ਤੂੰ ਆਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਤੂੰ ਕਿੱਥੇ, ਤਾਂ ਰੱਬ ਨੂੰ ਕਿੱਥੋਂ ਲੱਭਦਾ ਫਿਰਦਾ? ਸਾਨੂੰ ਤੇ ਜੇ ਆਪਣਾ ਹੀ ਨਹੀਂ ਪਤਾ ਮੈਂ ਕਿੱਥੇ ਆ, ਦਿਲ ਵਿੱਚ ਹਾਂ, ਦਿਮਾਗ ਵਿੱਚ ਹਾਂ, ਕਿੱਥੇ ਆ? ਨਹੀਂ, ਅਸੀਂ ਸਮਗਰ ਹਾਂ, ਸਾਰੇ ਵਿੱਚ ਆ। ਇਸੇ ਤਰ੍ਹਾਂ ਪ੍ਰਮਾਤਮਾ ਸਾਰੇ ਵਿੱਚ ਆ। ਕਿਤੇ ਇੱਕ ਥਾਂ 'ਤੇ ਕਿ ਕਾਬੇ ਦੇ ਵਿੱਚ, ਕਿ ਦੱਖਣ ਵਿੱਚ, ਕਿ ਪੱਛਮ 'ਤੇ ਪੂਰਬ 'ਚ ਲੱਭਣਾ ਮੂਰਖਤਾ ਹੈ। ਕਿਸੇ ਇੱਕ ਥਾਂ 'ਤੇ ਵੀ ਨਹੀਂ ਹੈ ਉਹ। ਜਿਵੇਂ ਅਸੀਂ ਆਪਣੇ ਸਾਰੇ ਸਰੀਰ ਵਿੱਚ ਸਮਾਏ ਹੋਏ ਹਾਂ, ਕਿਸੇ ਅੰਗ ਨੂੰ ਸੂਈ ਵੀ ਚੁਭਦੀ ਤੇ ਸਾਨੂੰ ਪੀੜ ਹੁੰਦੀ ਹੈ, ਇਸੇ ਤਰ੍ਹਾਂ ਕਿਤੇ ਵੀ ਕਿਸੇ ਭਗਤ ਨੂੰ, ਕਿਸੇ ਜੀਅ ਨੂੰ ਕੋਈ ਪੀੜਾ ਪਹੁੰਚਾਉਂਦਾ ਤੇ ਪ੍ਰਮਾਤਮਾ ਨੂੰ ਪੀੜਾ ਪਹੁੰਚਦੀ ਹੈ। ਸੰਤਨ ਦੁੱਖ ਪਾਏ ਤੇ ਦੁਖੀ। ਐਵੇਂ ਨਹੀਂ ਲੋਕ ਕਹਿੰਦੇ ਕਿ ਕਿਸੇ ਗਰੀਬ ਨੂੰ ਮਤ ਸਤਾਓ, ਉਹਦੇ ਦਿਲੋਂ ਦੁਆ ਬਦਦੁਆ ਦੋਨੋਂ ਨਿਕਲਦੀਆਂ ਤੇ ਬੜੀਆਂ ਦੂਰ ਪਹੁੰਚਦੀਆਂ ਨੇ। ਸਾਨੂੰ ਸਮਝ ਆ ਜਾਏ ਕੀ ਮੈਂ ਦੇਖ ਸਕਦਾ? ਮਹਾਰਾਜ ਕਿ ਲੱਗੇ ਹਾਂ ਦੇਖ ਸਕਦੇ ਹੋ।
पर देखण वास्ते तुहानूं कुछ करना पएगा। की करना पएगा? अपने गुरु की नदर के पात्र बनना पएगा। जदों नदर करे तां अखीं देखा, नदर कर देवे मेरा गुरु तो फिर इन्हां अखां दे नाल मैं रब दे दीदार कर सकदा। तुसीं ते पढ़िया होना है, रब किथे है? ये विश्व संसार तुम देखते हो। असीं कहो हाँ जी देखते हाँ। जवाब तो साडा ही है ना, ये विश्व संसार तुम देखते हो? हाँ जी देखते हाँ। ये हर का रूप है, ये परमात्मा का रूप है। फिर पुछते हर रूप नज़र ही आया? कहांगे नहीं मैनू नज़र तो नहीं आया। ये विश्व हर का रूप है, पढ़ लिया सुन लिया, पर फिर भी असीं इसनूं नहीं समझ पा रहे, क्योंकि असां ने कदे वेखिया नहीं, इस करके नहीं समझ पा रहे। जिस बंदे नूं असां कदे वेखिया ना होवे वो साडे सामने आ जाए तो अपने बारे कहे मैं फलाना, एकदम उसनूं विश्वास न है तू, क्योंकि असीं तो तेरे बारे कुछ होर सोचिया सी, तेरा रंग तो किसी होर तरह का है। असां तो तेरे बारे परिकल्पना अपने कोई होर बनाई सी, तू तो बहुत मधुरा जा छोटा जा कुरूप जिहा है। जे वेख्या सी ना किस बारे साखी विच जनक के दरबार विच उन्हें सोचा सी कि गुरु इस आसन ते बैठेगा, बड़ा पंडित वड्डा होएगा, बोधी बाधी चिट्टा तिलक लगा होएगा, चंदन लगा होएगा, पर एक विंगा टेढ़ा जिहा बंदा आया, डंडे के सहारे ते तुरदा है, 8 विंग शरीर च पैंदे ने, ते आके उस चौंकी ते बह गया। लोग हस पहले ये ज्ञानी होएगा। असीं अजे भी तो सोचते हैं कि जिहदा चोला बड़ा वड्डा है, चिट्टा है, वड्डी पग, वड्डी दस्तार, जिन्हें बड़ा वड्डा संत होना है। असीं तो सोच लई, साडे दिल दिमाग च इहो जिहियां गल्लां भरियां पईयां ने, पर यह नहीं पता भी वो विंगा टेढ़ा बंदा ही सब तो वड्डा ज्ञानी है, जिहदे शरीर च 8 विंग पैंदे सन तुरदिया, जो सीधा तुर नहीं सी सकदा, बड़ा वड्डा ज्ञानी है। और वाकया ही बाद च जनक दा गुरु बन गया। जनक ने मत्था टेक दित्ता अष्टावक्र नूं। जरूरी नहीं है कि असीं बाहरला जो देखते हो सत्य होवे, असीं कुछ होर मन के बैठे हुए रब दे बारे। असीं तो सोचा आह बड़ा चमकदा स्वरूप उहदा होएगा, उहदे ते 4 बाहां होणगीਆਂ, उत्ते किसी दुध के सागर ते बैठा होएगा, उत्ते शेषनाग की शैया होएगी, स्वर्ग होएगा, सचखंड होएगा। असीं बनाने बड़ा वधिया चिट्टा पलंग होएगा, उत्ते ठंडा ठार माहौल होएगा, पर किते देखना उत्ते तप दे तवे दे उत्ते बैठा होए, उत्ते तपश दे विच बैठे ने, बैठा तंदूर दे विच बैठा होए। ये रूप सानूं समझ नहीं आएगा। हर का रूप है, पर मन के चले कि जैसा भी है वैसा ही हर का रूप है। ये हर का रूप है, हर रूप नजर नहीं आया। कहने लगे सतगुरु मिलिए, फिर जे तेनों नहीं समझ सतगुरु न मिल, जो सतगुरु मिलेगा दिव्य दृष्टि होएगी, फिर ते दृष्टि होएगी दिव्य, तां तैनूं इन्हां अखां दे नाल तू जो देखेगा तू रब दिखेगा। अगे जावांगे ना, जो राग तिलंग चा प्रवेश करोगे, उत्थे एक चीज़ मिलेगी, जो दिसै सो तेरा रूप। जो कुछ भी दिस रहा है तेरा ही रूप है। तो दिस की रहा, असीं एक दूजे नूं देख रहे हैं, भैन भरा दिखते हैं, धीआं पुत्र दिखते हैं। सब तो पहलां तो यही दिखते ना, माता पिता दिखते हैं, फिर इन्हां च सानूं भैन भरा नज़र आउंदे ने, हो सकदा चो सज्जन मित्र नज़र आउंदे होण, हो तो दुश्मन नज़र आउंदे होण, ईरखालू नज़र आउंदे, विरोधी पार्टी नज़र आउंदी होवे। पर संत नूं ये कुछ नज़र नहीं आउंदा। संत नूं केवल अपना गुरु नज़र आउंदा है। पता क्यों? संत ते गुरुमुख ते गुरु की दृष्टि किरपा की नदर है। असीं साखियां चों बहुत नेड़े नेड़े पढ़ते होंगे आ कदे कदे कीर्तनीय कीर्तन करते होंगे। एक बड़ा प्यारा जिहा शब्द है, बाबा कबीर साहब जी की रात नूं अपने घर अपने बिस्तरे ते ने, ते जिन्हां ने किते बनारस का पुराना स्वरूप देखिया हो इस पासे का, वो खुलियां ड्योड़ियां बाहर ते दरवाजे पूरी तरह नहीं सी होंदे, ते गली चों एक जी ड्योड़ी च आउंदा है। ड्योड़ी के अंदर चक्की है, चक्की च कुछ सिर पा आटा होएगा, वो ड्योड़ी च अंदर आके आटा चट लैंदा है। आटा चट के आटे वाला पूना जिहदे नाल चक्की झाड़ते हैं, वो भी मूँह च पा के तुर पैंदा है। तो इन्हां को कहण दे नाल ही सानूं समझ आ जाती भी कौन होना पए। गली चों कोई कुकर आया होना, उन्हें सिर पा आटा चट लिया, खा लिया, तो वो जो पूना सी कपड़ा सी वो चुक के तुर पिया। तो तुरदे नूं खुशबू आई, तो छत ते कोई छिकू टंगिया सी, छिकू वाल मूँह करके देखण लग पिया। इन्नी एक कहानी दे विच असां लगदा भी कोई गली चों कुकर होना है। उन्हें आटा चटिया, आटा पूना चुकिया, छिकू वाल देखिया,
ਤੇ ਇਸ ਦੇ ਬਾਬੇ ਨੇ ਭਜਾ ਦਿੱਤਾ ਹੋਣਾ। ਅਸੀਂ ਤਾਂ ਇੱਦਾਂ ਹੀ ਕਹਾਂਗੇ ਨਾ ਕਿ ਘਰ ਆਇਆ ਸੋਟੀ ਮਾਰੀ ਭਜਾ ਦਿੱਤਾ, ਪਰ ਬਾਬਾ ਨਦਰ ਵਿੱਚ ਹੈ ਇਸ ਵਕਤ। ਉਸ ਵਕਤ ਬਾਬਾ ਕਿਸੇ ਦੁਨੀਆ ਦੇ ਚੌਥੇ ਪੜਾਅ 'ਤੇ ਬੈਠਾ ਹੈ। ਅਤੇ ਬਾਬਾ ਫਿਰ ਕੀ ਕਹਿਣ ਲੱਗ ਪੈਂਦਾ, ਸੁਰਹ ਕੀ ਜੈਸੀ ਤੇਰੀ ਚਲਵਾ ਵਾ, ਕਿਆ ਬਾਤ ਹੈ, ਆ ਗਏ ਹੋ, ਤੁਹਾਡੇ 'ਤੇ ਚਾਲ ਬੜੀ ਵਧੀਆ। ਅਕੀਰਤਨੀ ਕੀਰਤਨ ਕਰਦੇ, ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉੱਪਰ ਚਮਕ ਬਾਲ। ਬੜੇ ਪਿਆਰ ਨਾਲ ਕਹਿੰਦੇ ਨੇ, ਚਾਕੀ ਚਾਟੈਂ ਚੂਨ ਖਾਹੇ, ਚਾਕੀ ਕੋ ਚੀਥੜਾ ਕਹਾਂ ਲੈ ਜਾਹੇ। ਪੈਸਾ ਚੱਕੀ ਚੱਟ ਲਈ ਵਧੀਆ, ਆਟਾ ਖਾ ਲਿਆ ਵਧੀਆ, ਇਹ ਚੀਥੜਾ ਜਿਹਨੂੰ ਆਪਾਂ ਪੰਜਾਬੀ 'ਚ ਪੋਣਾ ਕੇ ਲੈ ਕੇ ਕਿੱਥੇ ਚੱਲਿਓ। ਹੁਣ ਇਹ ਤੇ ਨਦਰ ਹੈ ਉਸ ਬਾਬੇ 'ਤੇ, ਤਾਂ ਬਾਬੇ ਨੂੰ ਉਸ ਜੀ ਦੇ ਵਿੱਚੋਂ ਵੀ ਰੱਬ ਦਿਸਦਾ ਹੈ, ਬਾਬੇ ਨੂੰ ਦਿਸਦਾ ਹੈ। ਨਾਮਦੇਵ ਬਾਬੇ ਨੂੰ ਉਸ ਮੰਗੋਲ ਦੇ ਵਿੱਚੋਂ ਵੀ ਰੱਬ ਦਿਸਦਾ ਹੈ। ਭਾਈ ਕਨ੍ਹਈਆ ਜੀ ਨੂੰ ਮੁਗਲ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਸਦੇ ਨੇ। ਤਾਈਓ ਤੇ ਕਹਿੰਦੇ ਨੇ, ਮਹਾਰਾਜ ਮੈਂ ਤੇ ਕਿਸੇ ਨੂੰ ਪਾਣੀ ਪਿਲਾਉਂਦਾ ਹੀ ਨਹੀਂ, ਮੈਂ ਤੇ ਸਿਰਫ ਆਪ ਦੀ ਸੇਵਾ 'ਚ ਰਹਿਣਾ। ਜਦੋਂ ਆਵਾਜ਼ ਦਿੰਦੇ ਹੋ ਮੈਂ ਜਲ ਛਕਾ ਦੇਣਾ। ਤੇ ਕਹਿਣ ਲੱਗੇ, ਤੂੰ ਤੇ ਉੱਥੇ ਤੁਰਿਆ ਫਿਰਦਾ ਜਲ ਛਕਾਉਣਾ। ਕਹਿੰਦਾ, ਮਹਾਰਾਜ ਆਪ ਵੀ ਉੱਥੇ ਹੀ ਹੁੰਦੇ ਹੋ, ਮੈਂ ਤੇ ਸਿਰਫ ਆਪ ਨੂੰ ਜਲ ਛਕਾਉਣਾ, ਮੈਂ ਤੇ ਆਪ ਤੋਂ ਬਿਨਾਂ ਕਿਸੇ ਨੂੰ ਜਲ ਛਕਾਇਆ ਹੀ ਨਹੀਂ ਅਜੇ ਤੱਕ। ਤੇ ਮਹਾਰਾਜ ਹੱਸ ਕੇ ਫਿਰ ਕੀ ਕਹਿੰਦੇ ਨੇ, ਸਾਡੇ ਵਾਂਗੂ ਡਾਂਟ ਕੇ ਕਹਿੰਦੇ ਕਿ ਨਹੀਂ, ਫਿਰ ਦੇਖ ਲੈਣਾ। ਕਹਿੰਦੇ ਕਿ ਹਾਂ ਦੇਖਦਾ। ਪਿਆਸ ਲੱਗੀ ਹੁੰਦੀ ਹੈ, ਕਹਿੰਦੇ ਦੇਖਦਾ। ਕਹਿਣ ਲੱਗੇ, ਜ਼ਖਮ ਨਹੀਂ ਲੱਗਾ ਦੱਸਦਾ ਹੁੰਦਾ? ਕਹਿੰਦੇ ਦਿਸਦਾ ਹੈ ਮਹਾਰਾਜ, ਜ਼ਖਮ ਵੀ ਲੱਗਾ ਹੁੰਦਾ। ਕਹਿਣ ਲੱਗੇ, ਜ਼ਖਮ ਲੱਗਾ ਛੱਡ ਕੇ ਆ ਜਾਣਾ? ਕਹਿਣ ਲੱਗਾ, ਮਹਾਰਾਜ ਹੈ ਹੀ ਕੁਝ ਨਹੀਂ, ਮੇਰੇ ਕੋਲ ਮਲਹਮ ਨਹੀਂ ਹੁੰਦੀ, ਪੱਟੀ ਨਹੀਂ ਹੁੰਦੀ। ਕਹਿਣ ਲੱਗੇ, ਮਲਹਮ ਵੀ ਲੈ ਜਾ, ਪੱਟੀ ਵੀ ਲੈ ਜਾ, ਅਤੇ ਜਦੋਂ ਮੈਨੂੰ ਜ਼ਖਮ ਲੱਗਾ ਹੋਵੇ ਬੰਨ੍ਹ ਕੇ ਆਇਆ ਕਰ। ਅਤੇ ਮਨਾਉਂਦੇ ਨਾ ਮਲਹਮ ਪੱਟੀ ਦਿਵਸ ਮਨਾਉਂਦੇ ਹੋ। ਹੁਣ ਦੇਖਣ ਨੂੰ ਤਾਂ ਮੁਗਲ ਨੂੰ ਪੱਟੀ ਬੰਨ੍ਹਦਾ ਹੈ, ਪਰ ਨਹੀਂ, ਉਹ ਕੇਵਲ ਗੁਰੂ ਨੂੰ ਪੱਟੀ ਬੰਨ੍ਹ ਰਿਹਾ। ਦਸ਼ਮੇਸ਼ ਦਾ ਇੱਕ ਪਿਆਰਾ ਜਿਹਾ ਸੇਵਕ ਹੈ ਭਾਈ ਜੱਗਾ, ਮਹਾਰਾਜ ਦੇ ਕੋਲ ਆਣ ਬਹਿੰਦਾ ਹੈ। ਸਿੱਧਾ ਸਾਦਾ ਅਨਪੜ੍ਹ ਜਿਹਾ ਬੱਚਾ ਹੈ, ਮਹਾਰਾਜ ਨੂੰ ਚੰਗਾ ਲੱਗਦਾ ਹੈ। ਮਹਾਰਾਜ ਕਹਿੰਦੇ, ਜੱਗਿਆ ਜਲ ਛਕਾ, ਭੱਜ ਕੇ ਜਾਂਦਾ, ਜਲ ਹੁੰਦੇ। ਮਹਾਰਾਜ ਜੱਗਿਆ ਕਾਗਜ਼ ਰੱਖ ਕੇ ਭੱਜ ਕੇ ਜਾਂਦੇ, ਸੱਦ ਕੇ ਲਿਆ ਭੱਜਾ ਜਾਂਦਾ। ਜਿਹੜੇ ਸਾਡੇ ਵਰਗੇ ਸੀ ਉਹਨਾਂ ਨੂੰ ਨਫ਼ਰਤ ਆਈ ਵੀ ਲੈ, ਇਹ ਤੇ ਕੱਲ੍ਹ ਦਾ ਬਾਲਕ ਆਇਆ ਅਤੇ ਅੱਜ ਬਾਬੇ ਮਹਾਰਾਜ ਕੋਲ ਅੱਗੇ ਅੱਗੇ ਬਣ ਕੇ ਬਹਿੰਦੇ। ਉਹਨੂੰ ਕਈ ਵਾਰ ਕਿਹਾ ਤੂੰ ਪਿੱਛੇ ਵਿਆਹ ਕਰ, ਉਹ ਫਿਰ ਅੱਗੇ ਆ ਜਾਏ। ਉਹਨੂੰ ਕਈ ਵਾਰ ਡਾਂਟਿਆ ਡਪਟਿਆ, ਤੂੰ ਉੱਥੇ ਪਿੱਛੇ ਵਿਆਹ ਕਰ, ਉਹ ਵਿਚਾਰਾ ਉੱਥੇ ਬੈਠੇ ਅਤੇ ਮਹਾਰਾਜ ਸੱਦ ਲੈਣ। ਇੱਕ ਦਿਨ ਉਹ ਸੋਚਿਆ ਵੀ ਦਰਬਾਰ 'ਚ ਹੀ ਨਾ ਆਵੇ ਅਤੇ ਆਪੇ ਹੀ ਮਤਲਬ ਹੀ ਨਹੀਂ ਆਉਣ ਦਾ, ਨਾ ਸੱਦਣਗੇ ਨਾ ਪੁੱਛਣਗੇ। ਉਹਨੂੰ ਇੰਨਾ ਕੁੱਟ ਕੇ ਆਏ, ਇੰਨਾ ਕੁੱਟ ਕੇ ਆਏ ਕਿ ਵਿਚਾਰਾ ਉੱਠਣ ਜੋਗਾ ਨਹੀਂ ਰਿਹਾ। ਦਰਬਾਰ ਸੱਜੇ ਨੂੰ ਘੜੀ ਹੋ ਗਈ, 2 ਘੜੀਆਂ ਹੋ ਗਈਆਂ, 2.5 ਘੜੀਆਂ ਗੁਜ਼ਰ ਗਈਆਂ। ਮਹਾਰਾਜ ਸੱਜੇ ਖੱਬੇ ਦੇਖਦੇ, ਸੇਵਾਦਾਰ ਨੂੰ ਜਗ੍ਹਾ ਨਹੀਂ ਆਇਆ। ਕਹਿਣ ਲੱਗਾ, ਮਹਾਰਾਜ ਆਏ ਤੇ ਦੇਖਿਆ ਹੀ ਨਹੀਂ ਸਵੇਰ ਦਾ, ਜਦੋਂ ਦਾ ਲੰਗਰ ਪ੍ਰਸ਼ਾਦ ਅੱਜ ਦੀ ਕਾਰਵਾਈ ਦੇਖਿਆ ਹੀ ਨਹੀਂ ਅੱਜ ਤੇ। ਕਹਿਣ ਲੱਗੇ, ਜਾ ਦੇਖ ਕੇ ਆ। ਜਿੱਥੇ ਜੱਗੇ ਦਾ ਵਿਸ਼ਰਾਮ ਦਾ ਟਿਕਾਣਾ ਸੀ ਉੱਥੇ ਗਿਆ, ਦੇਖਿਆ ਜੱਗਾ ਬਿਸਤਰੇ 'ਤੇ ਪਿਆ, ਹਾਏ ਹਾਏ ਕਰਦਾ ਪਿਆ। ਦੇਖਿਆ ਉੱਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ। ਆ ਕੇ ਦੱਸਿਆ ਮਹਾਰਾਜ ਨੂੰ, ਤੇ ਕਿਸੇ ਨੇ ਬੜੀਆਂ ਸੱਟਾਂ ਲਾਈਆਂ ਉਹਨੇ, ਤੋਂ ਤੁਰਿਆ ਵੀ ਨਹੀਂ ਜਾਂਦਾ। ਕਹਿਣ ਲੱਗੇ, ਜਾਓ 2 ਜਣੇ ਲਿਆਓ, ਉਹਨੂੰ ਚੁੱਕ ਕੇ ਫੜ ਕੇ ਲੈ ਕੇ ਆਓ। 2 ਸੇਵਾਦਾਰ ਗਏ, ਚੁੱਕ ਲਿਆਂਦਾ, ਮਹਾਰਾਜ ਜੀ ਹਜ਼ੂਰ ਪੇਸ਼ ਕੀਤਾ। ਕਹਿਣ ਲੱਗੇ, ਜੱਗਿਆ ਸੱਟਾਂ ਲੱਗੀਆਂ ਈ? ਕਹਿਣ ਲੱਗੇ, ਹਾਂਜੀ, ਤਾਂ ਹੀ ਉੱਠਿਆ ਨਹੀਂ ਗਿਆ। ਕਹਿਣ ਲੱਗੇ, ਕਿਹਨੇ ਮਾਰਿਆ? ਕਹਿਣ ਲੱਗੇ, ਤੁਸਾਂ ਹੀ ਤੇ ਮਾਰਿਆ। ਸਿੱਧਾ ਆਰੋਪ ਲਾਉਣਾ ਕਿ ਮਹਾਰਾਜ ਤੁਸਾਂ ਮਾਰੇ। ਹੱਸ ਪਏ, ਕਹਿਣ ਲੱਗੇ, ਮੈਂ ਮਾਰਿਆ? ਕਹਿਣ ਲੱਗੇ, ਮਹਾਰਾਜ ਤੁਹਾਡੇ ਤੋਂ ਬਣਾਇਆ ਕੌਣ ਇੱਥੇ? ਕੇਵਲ ਤੁਸੀਂ ਤੇ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਹੋਰ ਹੈ ਹੀ ਕੋਈ ਨਹੀਂ। ਤੁਹਾਡੇ ਹੁਕਮ ਤੋਂ ਬਿਨਾਂ, ਤੁਹਾਡੀ ਇੱਛਾ ਤੋਂ ਬਿਨਾਂ ਕਿਤੇ ਪੱਤਾ ਨਹੀਂ ਹਿਲਦਾ। ਬੇਸ਼ੱਕ ਉਹਨੂੰ ਪੜ੍ਹ ਜਿਹਾ ਬੰਦਾ ਹੈ, ਬੇਸ਼ੱਕ ਸਧਾਰਨ ਜਿਹੇ, ਪਰ ਵੱਡੇ ਵੱਡੇ ਗਿਆਨੀ ਮਾਤ ਖਾ ਗਏ ਉੱਥੇ। ਅਸੀਂ ਪੜ੍ਹੇ ਹੈ, 250 ਸਾਲ ਤੋਂ ਲੋਕ ਉਸ ਵਕਤ ਪੜ੍ਹ ਰਹੇ ਸੀ, 200 ਸਾਲ ਤੋਂ। ਸਾਨੂੰ ਤਾਂ ਪੜ੍ਹਦੇ 500 ਸਾਲ ਹੋ ਗਏ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, 500 ਸਾਲ ਹੋ ਗਏ ਨੇ ਸਾਨੂੰ ਵੀ। 550 ਸਾਲ ਆਪਾਂ ਮਨਾ ਬੈਠੇ ਗੁਰੂ ਨਾਨਕ ਸਾਹਿਬ ਦਾ। ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਵਡੇਰੀ ਉਮਰ 'ਚ ਜਪਜੀ ਸਾਹਿਬ ਉਚਾਰਨ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਨਦਰ ਹੋਏਗੀ ਅਤੇ ਮੈਂ ਦੇਖ ਪਾਵਾਂਗਾ। ਮਹਾਰਾਜ ਮੇਰੇ 'ਤੇ ਨਦਰ ਕਰ ਦਿਓ, ਨਦਰ ਕਰੇ ਤਾਂ ਅੱਖੀਂ ਵੇਖਾਂ। ਅੱਛਾ, ਜੋ ਦੇਖੇਗਾ ਕਿਹਦੀ ਵਿਆਖਿਆ ਕਰ ਪਾਏਗਾ? ਕਹਿਣ ਲੱਗੇ, ਨਹੀਂ, ਦੇਖ ਲਵਾਂਗਾ ਪਰ ਦੱਸ ਨਹੀਂ ਪਾਵਾਂਗਾ। ਕਹਿਣਾ ਕਥਨ ਨਾ ਜਾਈ, ਦੇਖ ਸਕਦਾ ਹਾਂ ਪਰ ਦੱਸ ਨਹੀਂ ਸਕਦਾ, ਕਿਉਂਕਿ ਦੱਸਣ ਵਾਸਤੇ ਮਤ ਅਤੇ ਬੁੱਧੀ ਚਾਹੀਦੀ ਹੈ। ਨਦਰ ਦੇ ਕਿਰਪਾ ਹੋਈ, ਦੇਖ ਲਿਆ, ਕੀ ਵਿਆਖਿਆ ਕਰੋਗੇ? ਜਿਹੜਾ ਰੰਗ ਅਸਾਂ ਕਦੇ ਵੇਖਿਆ ਹੀ ਨਹੀਂ, ਕਿਵੇਂ ਦੱਸੋਗੇ ਵੀ ਕਾਲਾ ਕਿ ਚਿੱਟਾ ਕਿ ਨੀਲਾ ਹੈ? ਅਸੀਂ ਕਹਾਂਗੇ ਹਾਂ ਦੇਖਿਆ ਸੀ, ਪਰ ਕਿੱਦਾਂ ਦੱਸਾਂ ਰੰਗ ਕਿਹੜਾ ਸੀ? ਆਪਾਂ ਕਦੇ ਕਦੇ ਕਹਿੰਦੇ ਨਾ, ਕਿਵੇਂ ਦੱਸੀਏ ਕਿਹੋ ਜਿਹਾ ਸੀ? ਤੂੰ ਤਾਂ ਤੈਨੂੰ ਪਤਾ ਹੀ ਨਹੀਂ ਭਾਈ, ਕਿਉਂਕਿ ਅਸੀਂ ਕਿਸੇ ਨੂੰ ਉਹੀ ਦੱਸਾਂਗੇ ਜੋ ਉਹਨੂੰ ਪਤਾ ਹੋਏਗਾ। ਕਹਾਂਗੇ ਨਹੀਂ, ਦੱਸ ਨਹੀਂ ਪਾ ਰਹੇ, ਸਮਝ ਐਕਸਪਲੇਨ ਨਹੀਂ ਕਰ ਪਾ ਰਹੇ,
ਕਹਿਣ ਲੱਗੇ ਕਹਿਣਾ ਕਥਨ ਨਾ ਜਾਏ, ਮੈਂ ਕਹਿ ਨਹੀਂ ਪਾਵਾਂਗਾ। ਦੇਖਿਆ ਹੈ ਭਗਤ ਦੇਖਦੇ ਨੇ ਪਰ ਭਗਤ ਦੱਸ ਨਹੀਂ ਪਾਉਂਦੇ। ਇਸੇ ਕਰਕੇ ਜਿਨ ਹਰ ਪਾਇਆ ਤਿਨ ਛੁਪਾਇਆ ਸੀ। ਉਹਨਾਂ ਨੂੰ ਕੰਜੂਸ ਕੇ ਨੇ ਦੱਸਦੇ ਨਹੀਂ ਭਾਈ, ਦੱਸਣ ਕੀ, ਜੋ ਦੇਖਦੇ ਨੇ ਉਹ ਸਾਡੀ ਸਮਝ ਨਹੀਂ ਆਉਣੀ। ਅਸਾਂ ਕਹਿਣਾ ਇੱਦਾਂ ਥੋੜ੍ਹਾ ਹੁੰਦਾ ਹੈ, ਉਹਨੇ ਕਹਿਣਾ ਇੱਦਾਂ ਦਾ ਸੀ, ਅਸੀਂ ਕਹਿਣਾ ਇੱਦਾਂ ਥੋੜ੍ਹਾ ਹੁੰਦਾ। ਇਸੇ ਕਰਕੇ ਕਦੇ ਭਗਤ ਕਹਿੰਦੇ 4 ਪੈਰਾਂ ਵਾਲਾ 4 ਸਿਰਾਂ ਵਾਲਾ, ਅਸੀਂ ਕਹਿੰਦੇ ਇੱਦਾਂ ਥੋੜ੍ਹਾ ਹੁੰਦਾ। ਅਸੀਂ ਚਤੁਰਾਈਆਂ ਕਰਦੇ ਹਾਂ, ਉੱਥੇ ਲਿਖਿਆ ਚਤੁਰਾਈ ਨਾ ਚਤੁਰਭੁਜ ਪਾਈਏ। ਉਹ ਚਤੁਰਭੁਜ 4 ਬਾਂਹ ਵਾਲਾ ਹੈ, ਕਿੱਦਾਂ ਦੱਸਾਂਗੇ ਕਿੱਦਾਂ ਨਹੀਂ ਪਾਈ, ਦੱਸ ਨਹੀਂ ਪਾਵਾਂਗੇ। ਅੱਛਾ ਕੀ ਕਰ ਸਕਦਾ ਹੈ? ਕਿ ਲੱਗੇ ਕੰਮ ਹੈ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਮੈਂ ਉਹਦੇ ਸ਼ਬਦ ਨੂੰ ਉਹਦੀ ਧੁਨ ਨੂੰ ਸੁਣਾ। ਇਹ ਕੰਮ ਤੇ ਕਰ ਸਕਦੇ ਨਾ ਆਪਾਂ, ਕੰਨਾਂ ਨਾਲ ਸੁਣੀਏ ਤੇ ਸ਼ਬਦ ਦੀ ਸਿਫਤ ਕਰੀਏ। ਅੱਜ ਜਦੋਂ ਕੀਰਤਨ ਹੁੰਦਾ ਸੁਣੀਏ ਤੇ ਸੁਣਨ ਦੀ ਅਵਸਥਾ ਪੂਰੀ ਪਤਾ ਕਦੋਂ ਆਉਂਦੀ ਹੈ? ਜਦੋਂ ਅਸੀਂ ਉਸੇ ਸ਼ਬਦ ਨੂੰ ਦੁਹਰਾ ਲਈਏ, ਸਰੋਤ ਕਲਾ ਉਦੋਂ ਪੂਰੀ ਹੁੰਦੀ ਹੈ। ਕੋਈ ਨਵਾਂ ਸ਼ਬਦ ਸੁਣਿਆ, ਜਦੋਂ ਅਸੀਂ ਠੀਕ ਠੀਕ ਉਚਾਰਨ ਕਰ ਲੈਨੇ ਤੇ ਅਧਿਆਪਕ ਛੱਡ ਦਿੰਦਾ ਕਿ ਲਗਾ ਠੀਕ ਹੋ ਗਿਆ, ਉਹ ਤੋਂ ਬਾਅਦ ਅਗਲਾ ਸਬਕ ਦੇ ਦਿੰਦਾ ਹੈ। ਜਦੋਂ ਬੱਚਾ ਪੜ੍ਹ ਕੇ ਸੁਣਾ ਦਿੰਦਾ ਹੈ, ਕਹਿੰਦਾ ਹਾਂ ਠੀਕ ਹੈ ਬਈ ਪੜ੍ਹਤਾ ਸੁਣਾਤਾ। ਜੋ ਸੁਣਿਆ ਉਹ ਬੋਲ ਸਕਦੇ ਹੋ। ਇਸੇ ਕਰਕੇ ਕਦੇ ਕਦੇ ਕੀਰਤਨੀ ਕਹਿੰਦੇ ਨਾਲ ਗਾਓ, ਕਿਉਂਕਿ ਸਾਨੂੰ ਯਾਦ ਨੇ, ਇਸ ਕਰਕੇ ਨਾਲ ਗਾ ਲੈਂਦੇ ਹਾਂ। ਧੁਨ ਕਹਿੰਦੀ ਹੈ ਕਿ ਜਦੋਂ ਧੁਨ ਹਿਰਦੇ 'ਚ ਪ੍ਰਵੇਸ਼ ਕਰਦੀ ਹੈ ਤੇ ਉਹਦੇ ਨਾਲ ਉਹੀ ਬੋਲ ਜਦੋਂ ਬੋਲੇ ਜਾ ਸਕਣ, ਭਾਵ ਸ਼ਬਦ ਨੂੰ ਸੁਣਿਆ ਤੇ ਸ਼ਬਦ ਹੀ ਬੋਲੀਏ, ਫਿਰ ਕੀ ਮਿਲੇਗਾ? ਜਦੋਂ ਸ਼ਬਦ ਨੂੰ ਸੁਣਾਂਗੇ ਤੇ ਸ਼ਬਦ ਨੂੰ ਬੋਲਾਂਗੇ, ਸਾਨੂੰ ਪ੍ਰਾਪਤੀ ਕੀ ਹੋਏਗੀ? ਕਿਉਂਕਿ ਅੰਮ੍ਰਿਤ ਹਿਰਦੈ ਵਸਾਈ। ਉਦੋਂ ਫਿਰ ਅੰਮ੍ਰਿਤ ਸੰਚਰਦਾ ਜਾਏਗਾ, ਹਿਰਦੇ 'ਚ ਅੰਮ੍ਰਿਤ ਉਤਰਦਾ ਜਾਏਗਾ। ਕਿਉਂਕਿ ਅੰਮ੍ਰਿਤ ਨਾ ਦੇਖਿਆ ਹੈ, ਨਾ ਦਿਖਾਇਆ ਜਾ ਸਕਦਾ ਹੈ, ਨਾ ਇਹਨੂੰ ਮਿੱਠਾ ਫਿੱਕਾ ਕੌੜਾ ਸਵਾਦਿਸ਼ਟ ਤੁਰਸ਼ ਕਿਹਾ ਜਾ ਸਕਦਾ। ਇਹ ਤੇ ਹੈ, ਜੀਵਨ ਹੈ। ਜਿਤਨਾ ਸੁਣਦੇ ਜਾਵਾਂਗੇ, ਸਮਝਦੇ ਜਾਵਾਂਗੇ, ਰਸ ਮੰਨਦੇ ਜਾਵਾਂਗੇ, ਉਨਾ ਹੀ ਅੰਮ੍ਰਿਤ ਹਿਰਦੇ 'ਚ ਵਸਦਾ ਜਾਏਗਾ, ਉਤਨਾ ਹੀ ਸਾਡਾ ਸਮਾਂ ਮੌਤ ਤੋਂ ਬਚਦਾ ਜਾਵੇਗਾ। ਤੇ ਜਿਉਂ-ਜਿਉਂ ਅੰਮ੍ਰਿਤ ਦੀ ਗੱਲ ਹਿਰਦੇ ਟਿਕਦੀ ਜਾਏਗੀ ਤੇ ਪਤਾ ਲੱਗਾ ਨਿਰਭਉ, ਇਹ ਅੰਮ੍ਰਿਤ ਦਾ ਪੱਖ ਆ ਜਾਏਗਾ। ਜਿੰਨਾ ਅੰਮ੍ਰਿਤ ਹੈ ਤੇ ਅੰਮ੍ਰਿਤ ਰੂਪ ਕੀ ਨਿਰਭਉ, ਨਿਰੰਕਾਰ ਨਿਰਵੈਰ, ਇਹ ਅੰਮ੍ਰਿਤ ਹੈ। ਜਿੱਥੇ ਤੇ ਅੰਮ੍ਰਿਤ, ਜਿਸ ਕਲਾ ਹਿਰਦੇ 'ਚ ਅੰਮ੍ਰਿਤ ਕਲਾ ਵਾਸਤੇ ਕੋਈ ਨਿਰਭਉ ਅਵਸਥਾ ਆ ਜਾਏਗੀ, ਨਿਰੰਕਾਰ ਸਰੂਪ ਹੁੰਦਾ ਜਾਏਗਾ, ਤੇ ਉਹ ਜਿੱਥੇ ਅੰਮ੍ਰਿਤ ਹੋਏਗਾ ਉੱਥੇ ਨਿਰਵੈਰ ਇਹ ਪੱਖ ਵਰਤਣ ਲੱਗ ਪੈਣਗੇ। ਔਰ ਪੂਰਨ ਜੋਤ ਸਮਾਈ, ਫਿਰ ਇਹੀ ਜੋਤ ਪੂਰਨ ਸਭ ਘਟ ਦੇ ਵਿੱਚ, ਹਰ ਹਿਰਦੇ ਦੇ ਵਿੱਚ, ਜ਼ਰਰੇ ਜ਼ਰਰੇ ਵਿੱਚ ਸਮਾਈ ਹੋਈ ਹੈ। ਇਹ ਸਮਝ ਆ ਜਾਂਦੀ। ਕਹਿਣ ਲੱਗੀ ਫਿਰ ਭਾਈ ਇਹ ਮੈਨੂੰ ਕਿਉਂ ਨਹੀਂ ਦਿਸਦੀ? ਕਿਉਂਕਿ ਮੇਰੇ ਤੇ ਇਸ ਜੋਤ ਦੇ ਵਿੱਚ ਇੱਕ ਭਰਮ ਹੈ, ਅਗਿਆਨਤਾ ਦਾ। ਨਾਨਕ ਗੁਰ ਬਿਨ ਭਰਮ ਨਾ ਭਾਗੈ, ਗੁਰੂ ਤੋਂ ਬਿਨਾਂ ਇਹ ਭਰਮ ਨਹੀਂ ਜੇ ਟੁੱਟਦਾ। ਗੁਰੂ ਇਸ ਭਰਮ ਦਾ ਭਰਮ ਕੇ ਪੜਦੇ, ਸਤਿਗੁਰ ਤੋੜ ਦਿੰਦੇ ਨਾ, ਕੱਟ ਦਿੰਦੇ ਨੇ। ਤੇ ਜਦੋਂ ਗੁਰੂ ਭਰਮ ਦੇ ਪਰਦੇ ਕੱਟ ਦਿੰਦੇ ਨੇ, ਨਾਨਕ ਗੁਰ ਬਿਨ ਭਰਮ ਨਾ ਭਾਗੈ। ਚੇਤਾ ਰੱਖੀ, ਗੁਰੂ ਤੋਂ ਬਿਨਾਂ ਇਹ ਭਰਮ ਨਹੀਂ ਜੇ ਜਾਂਦਾ। ਇਸ ਕਰਕੇ ਗੁਰੂ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਸਾਡਾ ਵੀ ਭਰਮ ਟੁੱਟ ਜਾਏ, ਭਰਮ ਬਿਨਾਸ਼ ਹੋ ਜਾਏ। ਭਰਮ ਬਿਨਾਸ਼ ਹੋ ਜਾਏ ਤੇ ਫਿਰ ਕੀ? ਸੱਚ ਨਾਮ ਵਡਿਆਈ ਪ੍ਰਾਪਤ। ਸੱਚ ਨਾਮ ਦੇ ਸਦਕੇ ਵਡਿਆਈਆਂ ਪ੍ਰਾਪਤ ਹੁੰਦੀਆਂ। ਗੁਰੂ ਕਿਰਪਾ ਕਰਨ ਸਾਡਾ ਭਰਮ ਟੁੱਟ ਜਾਏ, ਅਸੀਂ ਸਾਰੇ ਸਮਝ ਸਕੀਏ ਆਹ ਸੰਸਾਰ ਇੱਕ ਬਾਜ਼ਾਰ ਹੈ, ਬਾਜ਼ਾਰ ਵਿੱਚ ਆਏ ਹਾਂ ਕੁਝ ਖੱਟ ਕੇ ਕੁਝ ਕਮਾ ਕੇ ਜਾਈਏ। 2 ਦੀਵੇ ਨੇ, 14 ਹਟ ਨਾਲੇ, 14 ਪੱਧਰਾਂ ਦਾ ਬਾਜ਼ਾਰ ਹੈ, 14 ਗਲੀਆਂ ਦਾ। ਇਹਨਾਂ ਦੇ 'ਚ ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੁਆ ਵਪਾਰ। ਬਾਜ਼ਾਰ ਹੋ ਰਿਹਾ, ਵਪਾਰ ਹੋ ਰਿਹਾ। ਕਮਾਓ ਜਿਤਨਾ ਕਮਾ ਸਕਦੇ, ਭੁੱਲ ਚੁੱਕ ਦੀ ਖਿਮਾ। ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।